ਵਿਸ਼ਾ ਹੈ ਸਮੁਦਾਇ ਅਤੇ ਸੰਗਠਨ। ਸੋ ਇਸ ਦੇ ਵਿੱਚ ਪੜਾਂਗੇ ਕਿ ਸਮਾਜ ਦੇ ਵਿੱਚ ਸਮੁਦਾਇ ਕਿਸ ਢੰਗ ਨਾਲ ਬਣਦਾ ਹੈ। ਆਖਿਰਕਾਰ ਸਮੁਦਾਇ ਕਿਵੇਂ ਲੋਕ ਸਮੁਦਾਇ ਦੇ ਵਿੱਚ ਵੰਡੇ ਹੋਏ ਹਨ ਅਤੇ ਸੰਗਠਨ ਬਾਰੇ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਚੱਲਾਂਗੇ ਅਰਥ ਦਾ ਕਿ ਸਮੁਦਾਇ ਦਾ ਅਰਥ ਕੀ ਹੈ। ਸਮੁਦਾਇ ਨੂੰ ਬੇਸਿਕਲੀ ਕਮਿਊਨਿਟੀ ਨਾਮ ਸ਼ਬਦ ਤੋਂ ਲਿੱਤਾ ਗਿਆ ਹੈ, ਜੋ ਇੱਕ ਲਾਤੀਨੀ ਭਾਸ਼ਾ ਦਾ ਸ਼ਬਦ ਕਮਿਊਨਸ ਹੈ, ਜਿਸ ਦਾ ਮਤਲਬ ਹੈ ਇਕੱਠ ਦੇ ਵਿੱਚ ਹੋ ਕੇ ਰਹਿਣਾ ਜਾਂ ਇਕੱਠੇ ਮਿਲ ਕੇ ਰਹਿਣਾ, ਜਾਂ ਕਹਿ ਸਕਦੇ ਹਾਂ ਕਿ ਸਮਾਨਿਕ ਚੀਜ਼ਾਂ ਸੇਮ ਹੁੰਦੀਆਂ ਹਨ। ਸੋ ਇਸ ਕਰਕੇ ਜੋ ਸਮੁਦਾਇ ਹੈ ਇਹ ਸਮਾਜ ਦੇ ਵਿੱਚ ਪਾਇਆ ਜਾਂਦਾ ਹੈ, ਸਮਾਜ ਦੇ ਲੋਕਾਂ ਦੇ ਵਿੱਚ ਪਾਇਆ ਜਾਂਦਾ ਹੈ, ਕਿਉਂਕਿ ਇਹ ਉਹਨਾਂ ਲੋਕਾਂ ਦੀ ਇੱਕ ਸੰਸਥਾ ਹੈ ਜੋ ਇੱਕ ਪਰਿਭਾਸ਼ਿਤ ਸਥਾਨ ਅਤੇ ਖੇਤਰ ਦੇ ਵਿੱਚ ਰਹਿੰਦੇ ਹਨ। ਉਹ ਸਥਾਨ, ਉਹ ਪਲੇਸ ਜਾਂ ਉਹ ਏਰੀਆ ਜਾਂ ਟੈਰੀਟਰੀ ਜਿੱਥੇ ਲੋਕ ਇਕੱਠੇ ਮਿਲ ਕੇ ਰਹਿ ਰਹੇ ਹੈ, ਇੱਕ ਦੂਸਰੇ ਦੇ ਨਾਲ ਇੱਕ ਭੂਗੋਲਿਕ ਖੇਤਰ ਦਾ ਹਿੱਸਾ ਬਣ ਕੇ ਰਹਿ ਰਹੇ ਹੈ, ਉਸਨੂੰ ਸਮੁਦਾਇ ਦਾ ਨਾਮ ਦਿੱਤਾ ਗਿਆ ਹੈ। ਸੋ ਇਸ ਦੇ ਅਰਥ ਦੇ ਵਿੱਚ ਅੱਗੇ ਦੇਖਾਂਗੇ ਕਿ ਇਹ ਕੀ ਹੈ, ਸਮਾਜਿਕ ਪਰਸਪਰ ਪ੍ਰਭਾਵ ਦੀ ਇੱਕ ਤਰ੍ਹਾਂ ਦੀ ਪ੍ਰਕਿਰਿਆ ਹੈ, ਜਿਵੇਂ ਕਿ ਸਹਿਯੋਗ ਅਤੇ ਸੰਘਰਸ਼। ਸੋ ਜਿੱਥੇ ਲੋਕਾਂ ਦੇ ਵਿਚਕਾਰ ਸਹਿਯੋਗ ਦੀ ਭਾਵਨਾ ਹੈ, ਲੋਕਾਂ ਦੇ ਵਿਚਕਾਰ ਸੰਘਰਸ਼ ਪਾਇਆ ਜਾਂਦਾ ਹੈ, ਸੋ ਉਸਨੂੰ ਸਮੁਦਾਇ ਦਾ ਨਾਮ ਲਵਾਂਗੇ, ਕਿਉਂਕਿ ਸਮੁਦਾਇ ਉਹਨਾਂ ਲੋਕਾਂ ਦਾ ਇਕੱਠ ਹੈ, ਉਹਨਾਂ ਲੋਕਾਂ ਦਾ ਮੇਲ ਹੈ ਜਿਨ੍ਹਾਂ ਦੇ ਵਿੱਚ ਏਕਤਾ ਪਾਈ ਜਾਂਦੀ ਹੈ, ਜੋ ਇੱਕ ਜਗ੍ਹਾ ਦੇ ਉੱਤੇ ਇਕੱਠੇ ਮਿਲ ਕੇ ਰਹਿੰਦੇ ਹਨ। ਤੇ ਜਗ੍ਹਾ ਵੀ ਬਦਲੀ ਜਾ ਸਕਦੀ ਹੈ, ਜ਼ਰੂਰੀ ਨਹੀਂ ਕਿ ਸਾਰੀ ਹੀ ਉਮਰ ਜਾਂ ਕਾਫੀ ਲੰਬੇ ਸਮੇਂ ਤੱਕ ਇੱਕ ਹੀ ਜਗ੍ਹਾ ਤੇ ਰਹਿਣਗੇ। ਜਿੱਥੇ ਇੱਕ ਵਿਅਕਤੀ ਦਾ ਨਿਵਾਸ ਹੋ ਜਾਂਦਾ ਹੈ, ਉਹ ਕੀ ਹੈ, ਉੱਥੇ ਰਹਿ ਕੇ ਦੂਜੇ ਲੋਕਾਂ ਦੇ ਨਾਲ ਕੁਝ ਅੰਤਰ ਕਿਰਿਆਵਾਂ ਕਰਦਾ ਹੈ, ਲੋਕਾਂ ਨਾਲ ਏਕਤਾ ਬਣਾ ਕੇ ਰੱਖਦਾ ਹੈ, ਜਿਸ ਦੇ ਨਾਲ ਕੀ ਹੈ, ਸਮਾਜ ਦਾ ਨਿਰਮਾਣ ਹੋ ਰਿਹਾ ਹੈ ਤੇ ਇੱਕ ਸਮੁਦਾਇ ਦਾ ਵੀ ਨਿਰਮਾਣ ਹੋ ਰਿਹਾ ਹੈ। ਜਿਵੇਂ ਹੁਣ ਸਮਾਜ ਦੀ ਜੇ ਗੱਲ ਕਰੀਏ ਤਾਂ ਕਹਾਂਗੇ ਕਿ ਇਹ ਲੋਕਾਂ ਦਾ ਇਕੱਠ ਹੈ, ਜਾਂ ਇਹ ਕੀ ਹੈ, that is a web of social relationships। ਸਮੁਦਾਇ ਸਮਾਜ ਦਾ ਹੀ ਇੱਕ ਹਿੱਸਾ ਹੈ। ਸੋ ਜਦੋਂ ਵੀ ਕਿਸੇ ਸਮੂਹ ਦੇ ਮੈਂਬਰ, ਭਾਵੇਂ ਉਹ ਛੋਟੇ ਹੋਣ ਜਾਂ ਵੱਡੇ, ਮਤਲਬ ਸਮੂਹ ਦੇ ਵਿੱਚ ਮੈਂਬਰਾਂ ਦੀ ਗਿਣਤੀ ਘੱਟ ਹੋਵੇ ਜਾਂ ਵੱਧ, ਇਸ ਤਰ੍ਹਾਂ ਇਕੱਠੇ ਰਹਿੰਦੇ ਹਨ ਕਿ ਉਹ ਵਿਅਕਤੀਗਤ ਹਿੱਤਾਂ ਨੂੰ ਸਾਂਝਾ ਕਰਦੇ ਹਨ। ਉਹ ਵਿਅਕਤੀ ਦੇ ਆਪਣੇ ਪਰਸਨਲ ਇੰਟਰਸਟ, ਉਹਦੇ ਵਿਅਕਤੀਗਤ ਹਿੱਤ, ਜਿਸ ਨੂੰ ਉਹ ਦੂਸਰਿਆਂ ਨਾਲ ਸਾਂਝਾ ਕਰਦੇ ਹਨ, ਪਰ ਇੱਕ ਸਾਂਝਾ ਜੀਵਨ ਦੀ ਆਧਾਰ ਕੀ ਹੈ ਕਿ ਉਹ ਸਮੂਹ ਦਾ ਹਿੱਸਾ ਬਣ ਕੇ ਰਹਿਣਗੇ। ਕਿਉਂਕਿ ਜੇ ਸਮੂਹ ਦੀ ਗੱਲ ਕਰੀਏ ਤਾਂ ਸਮੂਹ ਨੂੰ ਵੀ ਸਮੁਦਾਇ ਦੇ ਨਾਮ ਤੋਂ ਹੀ ਲਿੱਤਾ ਜਾਏਗਾ, ਕਿਉਂਕਿ ਸਮੁਦਾਇ ਲੋਕਾਂ ਦਾ ਇਕੱਠ ਹੈ, ਜਿੱਥੇ ਲੋਕ ਇਕੱਠੇ ਮਿਲ ਕੇ ਰਹਿ ਰਹੇ ਹੈ ਬਿਨਾਂ ਕਿਸੇ ਸੈਲਫਿਸ਼ਨੈਸ ਤੋਂ, ਬਿਨਾਂ ਕਿਸੇ ਸਵਾਰਥ ਤੋਂ। ਇਸ ਕਰਕੇ ਉਸਨੂੰ ਸਮੁਦਾਇ ਦਾ ਨਾਮ ਦਿੱਤਾ ਜਾਏਗਾ। ਸੋ ਸਮੁਦਾਇ ਸ਼ਬਦ ਇੱਕ ਲਾਤੀਨੀ ਭਾਸ਼ਾ ਦੇ ਸ਼ਬਦ ਕਮਿਊਨਸ ਤੋਂ ਲਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਇਕੱਠੇ ਮਿਲ ਕੇ ਰਹਿਣਾ, ਸ਼ੇਅਰ ਕਰਨਾ, ਜਾਂ ਕੁਝ ਉਹਨਾਂ ਦੇ ਵਿੱਚ ਏਕਤਾ ਪਾਈ ਜਾਏਗੀ। ਸੋ ਇਸ ਤੋਂ ਬਾਅਦ ਦੇਖਾਂਗੇ ਕਿ ਜੋ ਸਮੁਦਾਇ ਹੈ ਉਸ ਦੇ ਵਿੱਚ ਲੋਕਾਂ ਦਾ ਸੀਮਿਤ ਖੇਤਰ ਹੁੰਦਾ ਹੈ, ਲਿਮਿਟਡ ਏਰੀਆ ਹੋਏਗਾ, ਜਿੱਥੇ ਲੋਕ ਇੱਕ ਦੂਸਰੇ ਦੇ ਨਾਲ ਇੱਕ ਜਗ੍ਹਾ ਦੇ, ਇੱਕ ਸਥਾਨ ਦੇ ਉੱਤੇ ਰਹਿਣਗੇ ਤੇ ਇੱਕ ਦੂਸਰੇ ਉੱਤੇ ਨਿਰਭਰ ਕਰਨਗੇ। ਕਿਉਂਕਿ ਨਿਰਭਰ ਕਰਨ ਦੀ ਪ੍ਰਕਿਰਿਆ ਕੀ ਹੈ, ਸਮੁਦਾਇ ਦੀ ਹੀ ਇੱਕ ਵਿਸ਼ੇਸ਼ਤਾ ਹੈ। ਜਿੱਥੇ ਸਮਾਜ ਦੇ ਵਿੱਚ ਸਮੁਦਾਇ ਦੇਖਣ ਨੂੰ ਮਿਲਦਾ ਹੈ ਜਾਂ ਵਿਅਕਤੀ ਵੱਖ-ਵੱਖ ਸਮੂਹਾਂ ਦਾ ਹਿੱਸਾ ਬਣਦਾ ਹੈ, ਸੋ ਉੱਥੇ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਵੱਖ-ਵੱਖ ਸਮੂਹਾਂ ਦਾ ਹਿੱਸਾ ਬਣਨ ਦੇ ਨਾਲ-ਨਾਲ ਕੀ ਹੈ, ਵਿਅਕਤੀ ਅਲੱਗ-ਅਲੱਗ ਸਮੁਦਾਇ ਦੇ ਵਿੱਚ ਵੀ ਵੰਡਿਆ ਹੋਇਆ ਹੈ। ਉਦਾਹਰਨ ਦੇ ਤੌਰ ਤੇ ਜੇ ਕੋਈ ਪਿੰਡ ਹੈ ਜਾਂ ਜੇ ਕੋਈ ਸ਼ਹਿਰ ਹੈ ਤਾਂ ਉਸਨੂੰ ਸਮੁਦਾਇ ਕਹਿਣਾ ਠੀਕ ਹੋਏਗਾ। ਸੋ ਸਮਾਜਿਕ ਵਿਵਸਥਾ ਵੀ ਇੱਕ ਢੰਗ ਦੇ ਨਾਲ ਸਮੁਦਾਇ ਦੇ ਵਿੱਚ ਵੱਖਰੀ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਪਿੰਡਾਂ ਦੀ ਸਮਾਜਿਕ ਵਿਵਸਥਾ ਸ਼ਹਿਰਾਂ ਦੀ ਸਮਾਜਿਕ ਵਿਵਸਥਾ ਨਾਲੋਂ ਬਿਲਕੁਲ ਹੀ ਵੱਖਰੀ ਹੁੰਦੀ ਹੈ। ਜਿਵੇਂ ਪਿੰਡਾਂ ਦੇ ਵਿੱਚ ਖੁੱਲਾ ਵਾਤਾਵਰਣ ਹੁੰਦਾ ਹੈ, ਜ਼ਿਆਦਾ ਮਤਲਬ ਕਹਿ ਲਓ ਸ਼ੋਰ ਸ਼ਰਾਬਾ ਨਹੀਂ ਹੁੰਦਾ, ਜਾਂ ਜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਉੱਥੇ ਥੋੜਾ ਬਨਾਵਟੀਪਨ ਹੈ, ਉੱਥੇ ਸਮੇਂ ਦੀ ਘਾਟ ਹੈ। ਸੋ ਉੱਥੇ ਜੋ ਕਈ ਤਰ੍ਹਾਂ ਦੇ ਜਿਵੇਂ ਪਰਿਵਾਰ ਹੈ ਜਾਂ ਵਿਆਹ ਹੈ, ਉਸਦੀ ਮਹੱਤਤਾ ਵੀ ਘੱਟ ਹੈ। ਇਸ ਕਰਕੇ ਇਹ ਦੇਖਣ ਨੂੰ ਮਿਲਿਆ ਕਿ ਜੋ ਸਮਾਜਿਕ ਵਿਵਸਥਾ ਹੈ ਉਹ ਵੱਖਰੀ ਵੱਖਰੀ ਹੁੰਦੀ ਹੈ ਅਲੱਗ-ਅਲੱਗ ਸਮੁਦਾਇ ਦੇ ਵਿੱਚ। ਸੋ ਅੱਗੇ ਚੱਲਾਂਗੇ। ਸਮੁਦਾਇ ਦਾ ਆਕਾਰ ਛੋਟਾ ਵੀ ਹੋ ਸਕਦਾ ਹੈ ਤੇ ਵੱਡਾ ਵੀ ਹੋ ਸਕਦਾ ਹੈ। ਸੋ ਇੱਕ ਵੱਡੇ ਸਮਾਜ ਦੇ ਅੰਦਰ ਇਕੱਠੇ ਰਹਿਣ ਵਾਲੇ ਲੋਕਾਂ ਦੀ ਇੱਕ ਸਾਂਝੀ ਵਿਸ਼ੇਸ਼ਤਾ ਜਾਂ ਦਿਲਚਸਪੀ ਵਾਲੇ ਲੋਕਾਂ ਦਾ ਸਮੂਹ, ਉਸਨੂੰ ਸਮੁਦਾਇ ਦਾ ਨਾਮ ਦੇ ਦਿੱਤਾ ਗਿਆ। ਤੇ ਕੁਝ ਇਸ ਦੀਆਂ ਵਿਸ਼ੇਸ਼ਤਾਵਾਂ ਵੀ ਹੈ, ਜਿਵੇਂ ਲੋਕਾਂ ਦੇ ਵਿਚਕਾਰ ਸਹਿਯੋਗ ਦੀ ਭਾਵਨਾ ਹੋਣਾ, ਇੱਕ ਦੂਸਰੇ ਦੇ ਉੱਤੇ ਕੀ ਹੈ, ਨਿਰਭਰ ਕਰਦੇ ਹਨ, ਇੱਕ ਦੂਜੇ ਦੇ ਨਾਲ ਸਹਿਯੋਗ ਦੇ ਨਾਲ ਰਹਿੰਦੇ ਹਨ, ਅੰਤਰ ਕਿਰਿਆਵਾਂ ਇਕੱਠੇ ਮਿਲ ਕੇ ਕਰਦੇ ਹਨ, ਜਿਸ ਨੂੰ ਇੱਕ ਸਮੁਦਾਇ ਦਾ ਨਾਮ ਦੇ ਦਿੱਤਾ ਗਿਆ ਹੈ।
ਲੋਕਾਂ ਦੇ ਵਿਚਕਾਰ ਇਕਸੁਰਤਾ ਹੋਣੀ, ਇਕਜੁੱਟਤਾ ਹੋਣੀ, ਸਾਂਝ ਹੋਣੀ ਅਤੇ ਏਕਤਾ ਔਰ ਅਸੀਂ ਦੀ ਭਾਵਨਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਜੋ ਕਿ ਸਮੁਦਾਇ ਦੀ ਇੱਕ ਢੰਗ ਦੇ ਨਾਲ, ਜਿੱਥੇ ਆਪਾਂ ਅਰਥ ਦੀ ਗੱਲ ਕਰੀਏ ਤਾਂ ਇਹ ਸਾਰੇ ਸ਼ਬਦ ਹੀ ਉਸਦੇ ਅਰਥ ਨੂੰ ਵਰਣਨ ਕਰਨਗੇ। ਦੁਬਾਰਾ ਇਹ ਚੀਜ਼ ਮੈਂ ਰਿਪੀਟ ਕਰਨਾ ਚਾਹੁੰਦੀ ਹਾਂ ਕਿ ਸਹਿਯੋਗ ਦੀ ਭਾਵਨਾ ਹੋਣੀ ਲੋਕਾਂ ਦੇ ਵਿਚਕਾਰ, ਪਰਸਪਰ ਭਾਵਨਾ, ਇਕਜੁੱਟਤਾ ਹੋਣੀ, ਸਾਂਝਾਪਨ ਹੋਣਾ, ਲੋਕੀ ਇੱਕ ਦੂਸਰੇ ਦੇ ਨਾਲ ਮਿਲ ਕੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਕੰਮ ਕਰਨਗੇ ਅਤੇ ਅਸੀਂ ਦੀ ਭਾਵਨਾ ਸਮਾਜ ਦੇ ਵਿੱਚ ਪਾਈ ਜਾਏਗੀ ਤੇ ਉਹ ਸਮੁਦਾਇ ਉਸ ਸਮਾਜ ਦਾ ਹੀ ਹਿੱਸਾ ਹੋਏਗਾ। ਜਿਵੇਂ ਕੁਝ ਲੋਕ ਪਿੰਡਾਂ ਵਿੱਚ ਰਹਿ ਰਹੇ ਹੈ, ਕੁਝ ਸ਼ਹਿਰਾਂ ਦੇ ਵਿੱਚ ਤੇ ਕੁਝ ਕਬਾਇਲੀ ਸਮਾਜ ਦਾ ਹਿੱਸਾ ਹੈ। ਇਸ ਕਰਕੇ ਇੱਥੇ ਇਹ ਕਹਿਣਾ ਬਹੁਤ ਲਾਜ਼ਮੀ ਹੈ ਕਿ ਇੱਕ ਸਮੁਦਾਇ ਇੱਕ ਸਮਾਜਿਕ ਇਕਾਈ ਹੈ। ਸਮੁਦਾਇ ਕੀ ਹੈ? ਇੱਕ ਉਹ ਸਮਾਜਿਕ ਇਕਾਈ ਹੈ, ਇੱਕ ਉਹ ਯੂਨਿਟ ਹੈ ਸਮਾਜ ਦੀ, ਇੱਕ ਉਹ ਸਮਾਜ ਦਾ ਇੱਕ ਹਿੱਸਾ ਹੈ ਜਿਸ ਵਿੱਚ ਸਮਾਨਤਾਵਾਂ ਹੁੰਦੀਆਂ ਹਨ। ਉਹ ਸਮਾਨਤਾਵਾਂ ਜਿਵੇਂ ਨਿਯਮ ਸਮਾਨ ਹੋਣਗੇ, ਕਿਤੇ ਨਾ ਕਿਤੇ ਧਰਮ ਸਮਾਨ ਹੋਏਗਾ, ਕਦਰਾਂ ਕੀਮਤਾਂ, ਰੀਤੀ ਰਿਵਾਜ ਜਾਂ ਉਹਨਾਂ ਦੀ ਪਛਾਣ ਵੀ ਇੱਕ ਮੰਨੀ ਜਾਏਗੀ। ਜੇ ਉਦਾਹਰਨ ਦੇ ਤੌਰ ਤੇ ਕਿ ਜੇ ਕੁਝ ਲੋਕ ਉਹਨਾਂ ਦੀ ਨਸਲ ਜੇ ਇੱਕ ਜਿਹੇ ਜੀ ਹੋਏਗੀ ਤਦ ਉਹ ਇੱਕ ਸਮੁਦਾਇ ਦਾ ਹਿੱਸਾ ਬਣ ਜਾਣਗੇ। ਜਿਵੇਂ ਕਬਾਇਲੀ ਸਮਾਜ ਦੀ ਉਦਾਹਰਨ ਦਈਏ ਤਾਂ ਕਬਾਇਲੀ ਸਮਾਜ ਵੱਖ-ਵੱਖ ਇਕਾਈਆਂ ਦੇ ਵਿੱਚ, ਵੱਖ-ਵੱਖ ਟ੍ਰਾਈਬਸ ਦੇ ਵਿੱਚ, ਕਬੀਲਿਆਂ ਦੇ ਵਿੱਚ ਵੰਡਿਆ ਹੋਇਆ। ਹਰ ਇੱਕ ਕਬੀਲੇ ਦੀ ਆਪਣੀ ਅਲੱਗ ਤੋਂ ਪਛਾਣ ਹੈ, ਆਪਣਾ ਦੇਵੀ ਦੇਵਤਾ ਹੈ ਜਿਸ ਟੋਟਮ ਦੀ ਉਹ ਪੂਜਾ ਕਰ ਰਹੇ ਹੈ, ਜਾਂ ਅਲੱਗ-ਅਲੱਗ ਕਦਰਾਂ ਕੀਮਤਾਂ ਅਤੇ ਰੀਤੀ ਰਿਵਾਜ ਹਨ। ਸੋ ਇਸ ਕਰਕੇ ਇਹ ਦੇਖਣ ਨੂੰ ਮਿਲਿਆ ਕਿ ਜਿੱਥੇ ਉਹ ਲੋਕਾਂ ਦਾ ਇਕੱਠ, ਭਾਵੇਂ ਉਹਨਾਂ ਦੀ ਗਿਣਤੀ 10 ਹੋਵੇ, 50, 100 ਜਾਂ 1000 ਹੋਵੇ, ਉਹ ਲੋਕਾਂ ਦਾ ਇਕੱਠ ਜਿਨ੍ਹਾਂ ਦੇ ਵਿੱਚ ਕਾਫੀ ਕੁਝ ਸਮਾਨ ਹੋਏਗਾ। ਉਹ ਉਹਨਾਂ ਦੇ ਵਿੱਚ ਕੀ ਹੈ? ਕਦਰਾਂ ਕੀਮਤਾਂ, ਰੀਤੀ ਰਿਵਾਜ, ਉਹਨਾਂ ਦੀ ਪਛਾਣ ਇੱਕ ਹੋਏਗੀ, ਧਰਮ ਇੱਕ ਹੋ ਸਕਦਾ ਤੇ ਇੱਕ ਤਰ੍ਹਾਂ ਦੇ ਹੀ ਨਿਯਮਾਂ ਦਾ ਵੀ ਪਾਲਨ ਕਰਨਗੇ। ਸੋ ਉਹਨਾਂ ਲੋਕਾਂ ਨੂੰ ਇੱਕ ਸਮੁਦਾਇ ਦਾ ਨਾਮ ਦੇ ਦਿੱਤਾ ਜਾਏਗਾ। ਜਿਵੇਂ ਕੋਈ ਵੀ ਕਬੀਲਾ ਹੈ, ਭਾਵੇਂ ਉਸਨੂੰ ਗੌਂਡ ਨਾਮ ਦੇ ਨਾਲ ਜਾਣਿਆ ਜਾਏਗਾ, ਭੀਲ, ਸੰਥਾਲ, ਹੋ, ਮੁੰਡਾਸ, ਔਰੈਨੂਜ਼, ਇਹ ਵੱਖ-ਵੱਖ ਕਬੀਲਿਆਂ ਦੇ ਨਾਮ ਹਨ। ਇਸ ਕਰਕੇ ਭਾਵੇਂ ਆਪਾਂ ਕਸਬਾ ਜਾਂ ਕਬੀਲੇ ਨੂੰ ਛੱਡ ਕੇ ਜੇ ਇਕੱਲੇ ਦੇਸ਼ ਦੀ ਵੀ ਗੱਲ ਕਰੀਏ, ਹੁਣ ਜੇ ਭਾਰਤ ਇੱਕ ਦੇਸ਼ ਹੈ, ਸੋ ਜਿੰਨੇ ਵੀ ਲੋਕ ਭਾਰਤੀ ਹੋਣਗੇ ਜਾਂ ਇੰਡੀਅਨਸ ਹੋਣਗੇ ਇਸ ਦੇਸ਼ ਦੇ, ਉਹਨਾਂ ਨੂੰ ਅਲੱਗ ਤੋਂ ਹੀ ਉਹਨਾਂ ਦੀ ਪਛਾਣ ਮਿਲ ਗਈ ਹੁੰਦੀ ਹੈ। ਉਹਨਾਂ ਦੀ ਭਾਸ਼ਾ, ਸੰਸਕ੍ਰਿਤੀ, ਸੱਭਿਆਚਾਰ, ਉਹਨਾਂ ਦੀਆਂ ਕਦਰਾਂ ਕੀਮਤਾਂ, ਰੀਤੀ ਰਿਵਾਜ ਸਾਰੇ ਦੇਸ਼ ਦੇ ਵਿੱਚ ਦੇਖਿਆ ਜਾਵੇ ਜਾਂ ਸਾਰੇ ਵਰਲਡ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਦੇਖਿਆ ਜਾਵੇ ਤਾਂ ਭਾਰਤ ਦੀ ਪਛਾਣ ਆਪਣੀ ਹੀ ਅਲੱਗ ਹੈ। ਸੋ ਉਹਨਾਂ ਦੀ ਮਤਲਬ ਭਾਰਤ ਨੂੰ ਇੱਕ ਸਮੁਦਾਇ ਦੇ ਨਾਮ ਦੇ ਨਾਲ ਵੀ ਜਾਣਿਆ ਜਾਏਗਾ, ਜਿਨ੍ਹਾਂ ਦੇ ਲੋਕਾਂ ਦੇ ਸਾਂਝੇ ਕਦਰਾਂ ਕੀਮਤਾਂ ਹੋਣਗੀਆਂ, ਧਰਮ ਵੀ ਇੱਕ ਤਰ੍ਹਾਂ ਦਾ ਸਾਂਝਾ ਹੋ ਸਕਦਾ ਹੈ, ਨਿਯਮ ਸਾਂਝੇ ਹੋਣਗੇ, ਕਾਫੀ ਕੁਝ ਸਮਾਨਤਾਵਾਂ ਦੇਖਣ ਨੂੰ ਮਿਲਣਗੀਆਂ। ਇਸ ਕਰਕੇ ਜੋ ਇੱਕ ਸਥਾਨ ਦੇ ਉੱਤੇ ਵੀ ਪ੍ਰਵੇਸ਼ ਰਹਿਣਗੇ, ਨਿਵਾਸ ਕਰਨਗੇ ਤੇ ਕੀ ਹੈ, ਸਥਿਰ ਸਥਾਨ ਦੀ ਭਾਵਨਾ ਨੂੰ ਸਾਂਝਾ ਕਰ ਦਿੱਤਾ ਜਾਵੇਗਾ ਤੇ ਉਸ ਨੂੰ ਇੱਕ ਸਮੁਦਾਇ ਦਾ ਨਾਮ ਦੇ ਦਿੱਤਾ ਜਾਏਗਾ। ਸੋ ਅੱਗੇ ਹੁਣ ਇਸ ਦੀਆਂ ਵਿਸ਼ੇਸ਼ਤਾਵਾਂ ਵੱਲ ਚੱਲਦੇ ਹਾਂ। ਸਭ ਤੋਂ ਪਹਿਲਾਂ ਤਾਂ ਸਮੁਦਾਇ ਦੀ ਵਿਸ਼ੇਸ਼ਤਾ ਇਹ ਹੈ ਕਿ ਲੋਕਾਂ ਦਾ ਸਮੂਹ ਜਾਂ ਲੋਕਾਂ ਦਾ ਇਕੱਠ। ਸਮੂਹ ਕੀ ਹੁੰਦਾ ਹੈ? ਜਦ ਦੋ ਜਾਂ ਦੋ ਤੋਂ ਵੱਧ ਵਿਅਕਤੀ ਇਕੱਠੇ ਮਿਲ ਕੇ ਇੱਕ ਢਾਂਚਾ ਤਿਆਰ ਕਰਦੇ ਆ ਜਾਂ ਇਕੱਠੇ ਮਿਲ ਕੇ ਕੁਝ ਅੰਤਰ ਕਿਰਿਆਵਾਂ ਕਰਦੇ ਆ, ਕੁਝ ਲੋੜਾਂ ਦੀ ਪੂਰਤੀ ਲਈ ਇਕੱਠੇ ਮਿਲ ਕੇ ਕੰਮ ਕਰਦੇ ਆ, ਤਾਂ ਦੋਸਤੋ ਇੱਕ ਸਮੂਹ ਦਾ ਨਾਮ ਦੇ ਦਿੱਤਾ ਜਾਂਦਾ ਹੈ। ਤੇ ਉਸ ਸਮੂਹ ਨੂੰ ਸਮੁਦਾਇ ਕਹਿਣਾ ਕਿਤੇ ਵੀ ਗਲਤ ਨਹੀਂ ਹੋਏਗਾ, ਕਿਉਂਕਿ ਸਮੂਹ ਨੂੰ ਸਮੁਦਾਇ ਵੀ ਕਿਹਾ ਜਾ ਸਕਦਾ ਹੈ, ਜਿੱਥੇ ਲੋਕਾਂ ਦੀ ਆਪਸ ਦੇ ਵਿੱਚ ਸਾਂਝ ਹੋਏਗੀ, ਅੰਤਰ ਕਿਰਿਆਵਾਂ ਇਕੱਠੇ ਕਰਨਗੇ, ਕੁਝ ਜ਼ਰੂਰਤਾਂ ਹੋਣਗੀਆਂ, ਕੁਝ ਲੋੜਾਂ ਹੋਣਗੀਆਂ ਜਿਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਸੋ ਇਸ ਕਰਕੇ ਸਭ ਤੋਂ ਪਹਿਲੀ ਵਿਸ਼ੇਸ਼ਤਾ ਇਹ ਹੋ ਜਾਏਗੀ ਕਿ ਲੋਕਾਂ ਦਾ ਸਮੂਹ ਹੈ, ਲੋਕਾਂ ਦਾ ਇਕੱਠ ਹੈ, ਭਾਵੇਂ ਉਹ ਇਕੱਠ ਛੋਟਾ ਹੈ ਭਾਵੇਂ ਵੱਡਾ ਹੈ। ਸੋ ਲੋਕਾਂ ਤੋਂ ਬਿਨਾਂ ਕੀ ਹੈ, ਸਮੁਦਾਇ ਨਹੀਂ ਬਣ ਸਕਦਾ। ਜਦੋਂ ਲੋਕ ਇਕੱਠੇ ਰਹਿਣਗੇ, ਕੁਝ ਸਾਂਝੇ ਹਿੱਤ ਹੋਣਗੇ ਉਹਨਾਂ ਦੇ ਤੇ ਸਾਂਝੀ ਜ਼ਿੰਦਗੀ ਜੀਣਗੇ, ਉਸਨੂੰ ਇੱਕ ਸਮੁਦਾਇ ਦਾ ਨਾਮ ਦੇ ਦਿੱਤਾ ਜਾਏਗਾ। ਅਗਲਾ ਪੁਆਇੰਟ ਦੇਖਾਂਗੇ, ਇੱਕ ਨਿਸ਼ਚਿਤ ਇਲਾਕਾ, ਅ ਡੈਫੀਨਿਟ ਲੋਕੈਲਿਟੀ। ਸੋ ਇੱਕ ਨਿਸ਼ਚਿਤ ਇਲਾਕਾ ਹੋਏਗਾ, ਇੱਕ ਨਿਸ਼ਚਿਤ ਜਗ੍ਹਾ ਹੋਏਗੀ ਜਿੱਥੇ ਸਮੁਦਾਇ ਦੇ ਲੋਕ, ਇੱਕ ਸਮੁਦਾਇ ਦੇ ਲੋਕ ਇਕੱਠੇ ਮਿਲ ਕੇ ਰਹਿਣਗੇ। ਸੋ ਜ਼ਰੂਰੀ ਨਹੀਂ ਹੈ ਕਿ ਬਾਉਮਰ ਜਾਂ ਸਾਰੀ ਉਮਰ ਉਹਨਾਂ ਨੂੰ ਇੱਕ ਹੀ ਸਥਾਨ ਦੇ ਉੱਤੇ ਰਹਿਣਾ ਪਏਗਾ, ਸਥਾਨ ਬਦਲਿਆ ਜਾ ਸਕਦਾ ਹੈ, ਲੇਕਿਨ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ, ਇੱਕ ਨਿਸ਼ਚਿਤ ਇਲਾਕੇ ਦੇ ਉੱਤੇ ਰਹਿਣ ਵਾਲੇ ਲੋਕ ਕੀ ਹੈ, ਇੱਕ ਸਮੁਦਾਇ ਬਣਾਉਣਗੇ ਤੇ ਉਹ ਕਈ ਤਰ੍ਹਾਂ ਦੀਆਂ ਅੰਤਰ ਕਿਰਿਆਵਾਂ ਕਰਨਗੇ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨਗੇ, ਕੁਝ ਉਦੇਸ਼ ਹੋਣਗੇ ਜਿਨ੍ਹਾਂ ਦੀ ਪੂਰਤੀ ਕਰਨਗੇ ਤੇ ਉਸਨੂੰ ਇੱਕ ਸਮੁਦਾਇ ਦਾ ਨਾਮ ਦੇ ਦਿੱਤਾ ਜਾਏਗਾ। ਜਿਵੇਂ ਕੋਈ ਵੀ ਮੁਹੱਲਾ, ਕੋਈ ਇਲਾਕਾ ਹੋ ਸਕਦਾ ਹੈ,
कोई देश हो सकता है, कोई राज हो सकता है। सो ये सारिया चीज़ों को की है समुदाय कह दिता जाता है। इस तो बाद की है, क्योंकि जो मैं ये चीज़ दोबारा इत्थे जरूर दसना चाहांगी कि जे एक निश्चित इलाके की गल करते हैं तो लोगों का इकट्ठ इकल्ला कदे भी समुदाय नहीं बना सकता। जे आप कहिए कि ठीक है लोगों का इकट्ठ है तो समुदाय बन गया, वो तद तक समुदाय नहीं बना सकता जब तक वो एक सांझे स्थान ते रहणगे। रहन का स्थान बदलिया जा सकता है, पर जो एकता है लोगों के विचकार वो गूढ़ी रहेगी। लोगों के समाजिक तौर पर संबंध भी गूढ़े रहेंगे, जो एक समुदाय की मुख्य विशेषता है। इस तो बाद भाईचारक भावना या समुदायिक भावना कह सकते हो, वो एक समुदाय की मुख्य विशेषता है जिस दे विच भावनात्मक आधार अते असी दी भावना होनी लोगों के विचकार बहुत जरूरी है। इमोशनल बेस जिन्हों कहा जाता है। इस करके भाईचारक भावना या समुदायिक भावना एक समुदाय की एक मुख्य विशेषता है। उस तो बाद है एक ही है समुदाय नैचुरल हुंदा है। नैचुरल मतलब कि कुदरती तौर के उत्ते यह व्यक्तियों की जिंदगी का एक हिस्सा बन चुकिया जाता है, क्योंकि अपने आप व्यक्ति एक समुदाय का हिस्सा बन जाता है। व्यक्ति जन्म लैण दे नाल ही समुदाय का मैंबर बन जाता है। अते एक व्यक्ति द्वारा या सरकार द्वारा ये चीज़ां नहीं बनाई जाती कि जे मैं कहा कि हाँ मैं एक समुदाय बना रही हूँ, एक सरकार बना दा, सो उन्होंने समुदाय नहीं कहा जाएगा। ये समुदाय अपने आप विच ही बन जाता है। एक व्यक्ति जदों इस धरती ते जन्म लैंदा है, वो वख-वख समूहां का हिस्सा बनता है ते ऑटोमैटिकली ही वो एक समुदाय का मैंबर भी बन जाता है। अगला है स्थायिता, स्थिर रहना, क्योंकि ये अस्थाई नहीं है। स्थिर है, ये स्थाई है। जिवें कि सभा या भीड़ वांग अस्थाई नहीं हुंदी, बल्कि व्यक्तियों का एक स्थान ते स्थाई रूप दे विच रहना ही की है उसको कम्युनिटी कहा जाता है, उसको समुदाय का नाम दिता जाता है। इस तो बाद अगे विशेषतावां दे विच चलांगे। संगठित समाजिक जीवन, जो समाजिक जीवन है वो संगठित होएगा, क्योंकि जिस दे विच की है जीवन के हर एक पहलू नूं संगठित किया जाएगा। व्यक्तियों की जो समाजिक जीवन है, समाजिक जिंदगी है, उसके हर एक पड़ाव बारे जानिया जाएगा, हर एक पड़ाव नूं इस दे विच शामिल किया जाएगा और उसको एक संगठित रूप दे विच रखा जाएगा, जिसनों समुदाय का नाम दिता जाता है। इस तो इलावा एक स्पष्ट नाम दे दिता जाता है, एक पर्टिकुलर नेम दे दिता जाता है। उदाहरण के तौर पे कि पंजाब के लोग पंजाबी होणगे, बंगाल के लोग बंगाली, बिहार के लोग बिहारी होणगे। इस करके इस ढंग दे नाल वख-वख लोकी जे इंडिया दे विच अलग-अलग स्टेट्स दी राज की गल करते हैं, सो वख-वख राज्यां दे लोग अपने राज दे नाल पछाणे जाणगे। वो पछाण या वो जो स्पष्ट नाम है वो व्यक्तियों नूं उन्हां दे इलाके, उन्हां दी जगह, उन्हां दे रहण दे स्थान या कुछ समानता के आधार के उत्ते दे दिता जाएगा। इस करके व्यक्तियों की पछाण उसके समुदाय के नाल ही हुंदी है। कोई कानूनी स्थिति नहीं। अगला पॉइंट है कि कानूनी तौर के उत्ते कोई स्थिति नहीं मिलती। मतलब जे व्यक्ति शहर नूं छड्ड के पिंड दे विच रहण लग गया है ते उसनों कोई लीगल परमिशन लैण दी या कानूनी तौर के उत्ते कोई ये चीज़ की जरूरत नहीं हुंदी, बल्कि वो अपनी जिंदगी अपना जीवन किते भी रह के व्यतीत कर सकता है ते वो किसी भी समुदाय का हिस्सा बन सकता है, क्योंकि ये चीज़ां नैचुरल हुंदियां। एक ही है कुदरती एक तरह का ढंग है कि एक व्यक्ति समुदाय का मैंबर बन जाता है, क्योंकि क्योंकि कानून की नज़र विच कोई भी मतलब कि वो जे कोई करतब कर रहा है, कोई कानून कोई भी जगह दे विच शामिल हो रहा है तो उस दे विच कानूनी तौर के उत्ते कोई भी चीज़ां शामिल नहीं होंदियां। या सिंपल आप इंग्लिश लैंग्वेज दे विच कह सकते हैं कि नो राइट्स एंड ड्यूटीज इन द आइज ऑफ लॉ। अगला पॉइंट है इसका विशेषतावां दे विच कि समुदाय का आकार, जो समुदाय का आकार है वो जिवें पहला भी दस्सिया सी छोटा भी हो सकता है अते वड्डा भी हो सकता है। हुण छोटा या वड्डा आकार का मतलब ये है कि लोकां दी गिणती घट भी हो सकती है अते लोकां दी गिणती वध भी हो सकती है। जिथे वध तो वध लोग एक समाज का हिस्सा बनणगे, एक समूह का हिस्सा बनणगे, उत्थे ओह एक समुदाय का हिस्सा भी बनणगे।
ਇਸ ਕਰਕੇ ਵੱਖ-ਵੱਖ ਲੋਕ ਜਦ ਅਲੱਗ-ਅਲੱਗ ਸਮੁਦਾਇ ਦਾ ਹਿੱਸਾ ਬਣਦੇ ਹੈ, ਉਦਾਹਰਨ ਦੇ ਤੌਰ ਤੇ ਜੇ ਪਿੰਡ ਦੀ ਗੱਲ ਕਰੀਏ ਤਾਂ ਉਹ ਇੱਕ ਛੋਟਾ ਸਮੁਦਾਇ ਹੈ, ਤੇ ਇਸ ਦੇ ਬਿਲਕੁਲ ਵਿਪਰੀਤ ਜੇ ਸ਼ਹਿਰ ਦੀ ਗੱਲ ਕਰੀਏ ਤਾਂ ਇਹ ਇੱਕ ਵੱਡਾ ਸਮੁਦਾਇ ਹੋਏਗਾ, ਜਿਸ ਦੇ ਵਿੱਚ ਵੱਖੋ ਵੱਖਰੇ ਲੋਕ ਵੱਧ ਗਿਣਤੀ ਦੇ ਵਿੱਚ ਉਸ ਸਮਾਜ ਦਾ, ਉਸ ਸਮੁਦਾਇ ਦਾ ਹਿੱਸਾ ਬਣਨਗੇ। ਇਸ ਕਰਕੇ ਇਹ ਇਸ ਦੀ ਮੁੱਖ ਵਿਸ਼ੇਸ਼ਤਾ ਹੋ ਜਾਂਦੀ ਹੈ ਕਿ ਸਮੁਦਾਇ ਦਾ ਜੋ ਆਕਾਰ ਹੈ ਉਹ ਜਾਂ ਤਾਂ ਛੋਟਾ ਹੋ ਸਕਦਾ ਹੈ ਜਾਂ ਵੱਡਾ ਹੋ ਸਕਦਾ ਹੈ। ਵਿਅਕਤੀਆਂ ਦੀ ਗਿਣਤੀ ਦੇ ਆਧਾਰ ਦੇ ਉੱਤੇ ਇਸ ਨੂੰ ਰੱਖਿਆ ਗਿਆ, ਤੇ ਇਹ ਦੋਨੋਂ ਹੀ ਭਾਵੇਂ ਕੋਈ ਪਿੰਡ ਹੈ ਜਾਂ ਸ਼ਹਿਰ ਹੈ, ਤੇ ਇਹ ਦੋਨੋਂ ਹੀ ਕੀ ਹੈ, ਸਮਾਜ ਦਾ ਹਿੱਸਾ ਹੁੰਦੇ ਹਨ। ਜਾਂ ਸ਼ਹਿਰ ਦੀ ਜਗ੍ਹਾ ਦੇ ਉੱਤੇ ਇੱਕ ਹੋਰ ਉਦਾਹਰਨ ਦਿੱਤੀ ਜਾ ਸਕਦੀ ਹੈ, ਦੇਸ਼, ਕੋਈ ਵੀ ਨੇਸ਼ਨ ਜਿਸ ਦੇ ਵਿੱਚ ਜਿਸ ਨੂੰ ਇੱਕ ਲਾਰਜ ਕਮਿਊਨਿਟੀ ਮੰਨਿਆ ਗਿਆ ਹੈ, ਜਿਸ ਨੂੰ ਇੱਕ ਵੱਡਾ ਸਮੁਦਾਇ ਮੰਨਿਆ ਗਿਆ ਹੈ, ਜੋ ਸਮਾਜ ਦਾ ਹੀ ਹਿੱਸਾ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਕੀ ਹੈ, ਸਮੁਦਾਇ ਦੇ ਅਧੀਨ ਆਉਂਦੀਆਂ ਹਨ। ਤੇ ਸਮੁਦਾਇ ਦੇ ਵਿੱਚ ਇੱਕ ਹੋਰ ਚੀਜ਼, ਇੱਕ ਹੋਰ ਅਰਥ ਦੱਸਣਾ ਇੱਥੇ ਬਹੁਤ ਜ਼ਰੂਰੀ ਹੈ ਕਿ ਜਦੋਂ ਸਮੂਹ ਦੇ ਮੈਂਬਰ ਇਕੱਠੇ ਮਿਲ ਕੇ ਰਹਿੰਦੇ ਹਨ, ਇੱਕ ਸਥਾਨ ਦੇ ਉੱਤੇ ਰਹਿ ਸਕਦੇ हैं ਕੁਝ ਪਾਰਟਿਕੂਲਰ ਟਾਈਮ ਪੀਰੀਅਡ ਵਾਸਤੇ, ਸੋ ਜਦੋਂ ਸਮੂਹ ਦੇ ਮੈਂਬਰ ਇਕੱਠੇ ਮਿਲ ਕੇ ਰਹਿੰਦੇ ਹਨ ਅਤੇ ਕੁਝ ਸਾਂਝੇ ਉਹਨਾਂ ਦੇ ਉਦੇਸ਼ ਹੁੰਦੇ ਹਨ, ਉਹ ਉਦੇਸ਼ ਜਾਂ ਉਹ ਕਹਿ ਲਓ ਕਿ ਏਮਸ ਤੇ ਆਬਜੈਕਟਿਵਸ ਜੋ ਜਾਂ ਜੋ ਟੀਚੇ ਕਹਿ ਸਕਦੇ ਹੋ ਸਧਾਰਨ ਸ਼ਬਦ ਦੇ ਵਿੱਚ, ਸੋ ਜੋ ਉਹ ਟੀਚੇ ਉਹਨਾਂ ਦੇ ਸਾਂਝੇ ਹੋਣਗੇ ਤਾਂ ਉਹ ਕੀ ਹੈ, ਇੱਕ ਸਮੂਹ ਬਣਾਉਣਗੇ ਤੇ ਉਸ ਸਮੂਹ ਨੂੰ ਸਮੁਦਾਇ ਦਾ ਨਾਮ ਦੇ ਦਿੱਤਾ ਜਾਏਗਾ। ਤੇ ਇਸ ਸਮੁਦਾਇ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ ਅਤੇ ਘੱਟ ਵੀ, ਜਿਵੇਂ ਕੋਈ ਮੁਹੱਲਾ, ਪਿੰਡ, ਸ਼ਹਿਰ, ਦੇਸ਼ ਜਾਂ ਕਸਬਾ। ਸੋ ਇਸੇ ਦੇ ਵਿੱਚ ਅੱਗੇ ਚੱਲਾਂਗੇ ਸਮੁਦਾਇ ਦੇ ਵਿੱਚ ਹੀ ਕਿ ਜੋ ਸਮੁਦਾਇ ਹੈ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ, ਜਿਵੇਂ ਆਪਾਂ ਪਹਿਲਾਂ ਵੀ ਇਸ ਚੀਜ਼ ਦੀ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਵਿਅਕਤੀਆਂ ਦੇ ਵਿੱਚ ਅਸੀਂ ਦੀ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ। ਅਸੀਂ ਦੀ ਭਾਵਨਾ, ਇਹਦਾ ਮਤਲਬ ਕਿ ਜਿੱਥੇ ਦੋ ਵਿਅਕਤੀ ਮਿਲ ਕੇ ਇਕੱਠੇ ਉਹਨਾਂ ਦੇ ਵਿੱਚ ਆਪਸੀ ਅੰਤਰ ਕਿਰਿਆਵਾਂ ਕਰਨਗੇ, ਏਕਤਾ ਦੀ ਭਾਵਨਾ ਪਾਈ ਜਾਏਗੀ, ਇੱਕ ਦੂਸਰੇ ਉੱਤੇ ਨਿਰਭਰ ਕਰਨਗੇ। ਉਦਾਹਰਨ ਦੇ ਤੌਰ ਤੇ ਜੇ ਇੱਕ ਪਰਿਵਾਰ ਦੀ ਗੱਲ ਕਰੀਏ ਜਾਂ ਜੇ ਪਰਿਵਾਰ ਦੀ ਜਗ੍ਹਾ ਦੇ ਉੱਤੇ ਜੇ ਮੈਂ ਗੱਲ ਕਰਾਂ ਪੇਂਡੂ ਸਮਾਜ ਦੀ, ਸੋ ਪੇਂਡੂ ਸਮਾਜ ਦੇ ਵਿੱਚ ਕੀ ਹੈ, ਏਕਤਾ ਵਧੇਰੇ ਪਾਈ ਜਾਂਦੀ ਹੈ, ਜਿਸ ਦੇ ਵਿੱਚ ਵਿਅਕਤੀ ਇੱਕ ਦੂਸਰੇ ਦੀ ਮਦਦ ਕਰ ਰਿਹਾ ਹੈ, ਇੱਕ ਦੂਜੇ ਉੱਤੇ ਨਿਰਭਰ ਕੀਤਾ ਜਾਂਦਾ ਹੈ, ਆਂਢੀ ਗੁਆਂਢੀ ਪੜੋਸੀ ਕੀ ਹੈ ਇੱਕ ਦੂਜੇ ਦੀ ਸਹਾਇਤਾ ਕਰਦੇ ਹੈ, ਦੁੱਖ ਤੇ ਸੁੱਖ ਵੇਲੇ ਕੀ ਹੈ ਉਹ ਵਿਅਕਤੀ ਇਕੱਠੇ ਹੋ ਕੇ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਉੱਤੇ ਹੰਡਾਉਂਦੇ ਹਨ। ਇਸ ਕਰਕੇ ਇਹ ਦੇਖਣ ਨੂੰ ਮਿਲਿਆ ਕਿ ਜੋ ਇੱਕ ਪਿੰਡ ਹੈ ਜਾਂ ਜੇ ਇੱਕ ਸ਼ਹਿਰ ਹੈ, ਸੋ ਉੱਥੇ ਕੀ ਹੈ, ਸਮੁਦਾਇਕ ਭਾਵਨਾ ਲੋਕਾਂ ਦੇ ਵਿੱਚ ਹੋਏਗੀ, ਸਥਿਰਤਾ ਵਧੇਰੇ ਹੋਏਗੀ ਤੇ ਆਪਣਾਪਨ ਹੋਏਗਾ। ਆਪਣਾਪਨ ਹੋਣ ਦੇ ਨਾਲ ਨਾਲ ਜੋ ਆਦਾਨ ਪ੍ਰਦਾਨ ਦੀ ਪ੍ਰਕਿਰਿਆ ਹੈ ਉਹ ਵੀ ਸਮੁਦਾਇ ਦਾ ਹਿੱਸਾ ਹੈ। ਇਕੱਠੇ ਮਿਲ ਕੇ ਰਹਿਣਗੇ, ਉਹਨਾਂ ਦੇ ਵਿੱਚ ਕੀ ਹੈ, ਸਾਂਝਾਪਨ ਹੋਏਗਾ, ਏਕਤਾ ਦੀ ਭਾਵਨਾ ਹੋਏਗੀ, ਸਹਿਯੋਗ ਹੋਏਗਾ ਇੱਕ ਦੂਜੇ ਦੇ ਪ੍ਰਤੀ। ਇਸ ਕਰਕੇ ਇਹ ਸਾਰੀਆਂ ਹੀ ਵਿਸ਼ੇਸ਼ਤਾਵਾਂ ਦੇ ਅਧੀਨ ਆ ਜਾਂਦਾ ਹੈ। ਇਸ ਤੋਂ ਬਾਅਦ ਇੱਕ ਹੋਰ ਚੀਜ਼ ਸਮੁਦਾਇ ਦੇ ਵਿੱਚ ਇਹ ਜ਼ਰੂਰ, ਕਿਉਂਕਿ ਸਮੁਦਾਇ ਤੋਂ ਬਾਅਦ ਆਪਾਂ ਅਗਲਾ ਜੋ ਵਿਸ਼ਾ ਹੈ ਉਹ ਪੜ੍ਹਨਾ ਹੈ ਕਿ ਸੰਗਠਨ ਕੀ ਹੁੰਦਾ। ਸੋ ਸਮੁਦਾਇ ਦੇ ਵਿੱਚ ਇਹ ਚੀਜ਼ ਜ਼ਰੂਰ ਦੇਖਣ ਨੂੰ ਮਿਲੇਗੀ ਕਿ ਜਿੱਥੇ ਲੋਕ ਵੱਖ-ਵੱਖ ਧਰਮ ਭਾਵੇਂ ਉਹਨਾਂ ਦੇ ਹੈ, ਲੇਕਿਨ ਜਿੱਥੇ ਉਹ ਇੱਕ ਜਗ੍ਹਾ ਦੇ ਉੱਤੇ ਰਹਿ ਕੇ ਇੱਕ ਦੂਸਰੇ ਦੇ ਨਾਲ ਮਿਲ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੈ, ਉਸਨੂੰ ਵੀ ਸਮੁਦਾਇ ਦਾ ਨਾਮ ਦੇ ਦਿੱਤਾ ਗਿਆ ਹੈ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਸੰਗਠਿਤ ਰੂਪ ਦੇ ਵਿੱਚ ਹੈ। ਸੰਗਠਿਤ ਸਮਾਜਿਕ ਜੀਵਨ ਲੋਕ ਬਤੀਤ ਕਰ ਰਹੇ ਹੈ, ਜਿਸ ਦੇ ਵਿੱਚ ਕੀ ਹੈ, ਸਮਾਜ ਵੱਖ-ਵੱਖ ਲੋਕੀ ਅੰਤਰ ਕਿਰਿਆਵਾਂ ਕਰ ਰਹੇ ਨੇ, ਜਿਨ੍ਹਾਂ ਦਾ ਇੱਕ ਸੀਮਿਤ ਖੇਤਰ ਹੋਏਗਾ ਤੇ ਇਹ ਉਹਨਾਂ ਲੋਕਾਂ ਦੀ ਇੱਕ ਸੰਸਥਾ ਹੈ ਜੋ ਇੱਕ ਪਰਿਭਾਸ਼ਿਤ ਸਥਾਨ, ਮਤਲਬ ਇੱਕ ਡੈਫੀਨਿਟ ਜਗ੍ਹਾ ਕਹਿ ਸਕਦੇ ਹੋ, ਪਲੇਸ ਬੋਲ ਸਕਦੇ ਹੋ, ਤੇ ਇੱਕ ਖੇਤਰ ਦੇ ਵਿੱਚ ਰਹਿੰਦੇ ਹਨ। ਕਿਉਂਕਿ ਜਦੋਂ ਵੀ ਕੋਈ ਸਮੂਹ ਦੇ ਮੈਂਬਰ ਛੋਟੇ ਜਾਂ ਵੱਡੇ ਇਸ ਤਰ੍ਹਾਂ ਇਕੱਠੇ ਰਹਿੰਦੇ ਹਨ ਕਿ ਉਹਨਾਂ ਦੇ ਜੋ ਵਿਅਕਤੀਗਤ ਜੋ ਉਹਨਾਂ ਦੇ ਹਿੱਤ ਹੈ ਉਸਨੂੰ ਸਾਂਝਾ ਕੀਤਾ ਜਾ ਰਿਹਾ ਹੈ, ਉਹ ਸਾਂਝੇ ਜੀਵਨ ਬਤੀਤ ਕਰ ਰਹੇ ਹੈ, ਸਾਂਝੇਪਨ ਦੇ ਆਧਾਰ ਦੇ ਉੱਤੇ ਉਹ ਸ਼ਰਤਾਂ ਦੇ ਉੱਤੇ ਆਪਣੀ ਜ਼ਿੰਦਗੀ ਨੂੰ ਜੀ ਰਹੇ ਹੈ ਤੇ ਇੱਕ ਸਮੂਹ ਬਣਾ ਕੇ ਸਮਾਜ ਦੇ ਵਿੱਚ ਰਹਿ ਰਹੇ ਹੈ, ਤਾਂ ਉਸਨੂੰ ਸਮੁਦਾਇ ਕਿਹਾ ਜਾਂਦਾ ਹੈ। ਕਿਉਂਕਿ ਸਮਾਜ ਕੀ ਹੈ, ਸਮਾਜ ਉਹ ਲੋਕਾਂ ਦਾ ਇਕੱਠ ਹੈ ਜਿਨ੍ਹਾਂ ਦੇ ਵਿੱਚ ਕਾਫੀ ਕੁਝ ਸਮਾਨ ਹੋਏਗਾ,
ਜਿਨ੍ਹਾਂ ਦੇ ਵਿੱਚ ਕਾਫੀ ਚੀਜ਼ਾਂ ਕਾਮਨ ਹੋਣਗੀਆਂ, ਸਿਮਿਲਰ ਹੋਣਗੀਆਂ, ਸੇਮ ਹੋਣਗੀਆਂ। ਸੋ ਜਿੱਥੇ ਸਿਮਿਲੈਰਿਟੀ ਪਾਈ ਜਾਏਗੀ, ਜਿੱਥੇ ਸਮਾਨਤਾ ਲੋਕਾਂ ਦੇ ਵਿੱਚ ਪਾਈ ਜਾਏਗੀ, ਭਾਵੇਂ ਉਹਨਾਂ ਦੇ ਵਿਚਾਰ ਸਮਾਨ ਹੋਣਗੇ ਜਾਂ ਉਹ ਇੱਕ ਧਰਮ ਦੇ ਹੋ ਕੇ ਉਹਨਾਂ ਦਾ ਜੋ ਰਹਿਣ ਦਾ ਸਥਾਨ ਹੈ ਉਹ ਸਾਂਝਾ ਹੋਏਗਾ, ਉਹਨਾਂ ਦੇ ਜੀਵਨ ਸ਼ੈਲੀ, ਉਹਨਾਂ ਦਾ ਜੀਵਨ ਜੀਣ ਦਾ ਢੰਗ ਸੇਮ ਹੋਏਗਾ, ਸਮਾਨ ਹੋਏਗਾ, ਸੋ ਉਸਨੂੰ ਸਮੁਦਾਇ ਕਿਹਾ ਜਾ ਸਕਦਾ ਹੈ। ਜਿਵੇਂ ਪਿੰਡਾਂ ਦੇ ਲੋਕਾਂ ਦਾ, ਜੋ ਪੇਂਡੂ ਸਮਾਜ ਦੇ ਵਿੱਚ ਲੋਕ ਰਹਿੰਦੇ ਹਨ, ਉਹਨਾਂ ਦਾ ਕੀ ਹੈ, ਜੀਵਨ ਜੀਣ ਦਾ ਢੰਗ, ਤਰੀਕਾ, ਜੋ ਸੱਭਿਆਚਾਰ ਹੈ, ਸੰਸਕ੍ਰਿਤੀ ਹੈ, ਧਰਮ ਹੈ, ਉਹ ਸਾਰੇ ਸਮਾਨ ਹੁੰਦੇ ਹਨ। ਲੋਕੀ ਉਸ ਢੰਗ ਦਾ ਹੀ ਸਾਦਾ ਜੀਵਨ ਬਤੀਤ ਕਰ ਰਹੇ ਹੈ, ਜ਼ਮੀਨ ਨਾਲ, ਧਰਤੀ ਨਾਲ ਜ਼ਿਆਦਾ ਜੁੜੇ ਹੋਏ ਹੈ ਤੇ ਹਰ ਇੱਕ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਰਹਿਤ ਹਨ। ਪੇਂਡੂ ਸਮਾਜ ਦੀ ਜੇ ਆਪਾਂ ਗੱਲ ਕਰ ਰਹੇ ਹਾਂ, ਇਸ ਦੇ ਵਿੱਚ ਮੈਂ ਉਦਾਹਰਨ ਦਿੱਤੀ ਹੈ। ਸੋ ਇਸ ਦਾ ਅਰਥ ਇਹ ਹੈ ਕਿ ਸਾਰੇ ਹੀ ਵਿਅਕਤੀ ਜੋ ਪੇਂਡੂ ਸਮਾਜ ਦਾ ਹਿੱਸਾ ਹੈ, ਜੋ ਇੱਕ ਪਿੰਡ ਦੇ ਵਿੱਚ ਰਹਿ ਰਹੇ ਹੈ, ਇਹ ਆਂਢ ਗੁਆਂਢ ਦਾ ਜਿੱਥੇ ਮਹੱਤਵ ਜ਼ਿਆਦਾ ਹੈ, ਉੱਥੇ ਕੀ ਹੈ, ਉਹਨਾਂ ਦੇ ਵਿੱਚ ਆਪਸੀ ਭਾਈਚਾਰਾ ਜ਼ਿਆਦਾ ਹੋਏਗਾ। ਔਰ ਆਪਸੀ ਭਾਈਚਾਰਾ ਜ਼ਿਆਦਾ ਹੋਣ ਦਾ ਮਤਲਬ ਇਹੀ ਹੈ ਕਿ ਜਿੱਥੇ ਉਹ ਇਕੱਠੇ ਰੋਜ਼ਾਨਾ ਦੇ ਕੰਮ ਕਰ ਰਹੇ ਹੈ, ਰੋਜ਼ ਇੱਕ ਦੂਸਰੇ ਨੂੰ ਮਿਲ ਰਹੇ ਹੈ, ਇੱਕ ਸਥਾਨ, ਇੱਕ ਸਾਂਝੇ ਸਥਾਨ ਨੂੰ ਕੀ ਹੈ ਉਹ ਫੋਲੋ ਕਰ ਰਹੇ ਹੈ, ਸੋ ਉਸਨੂੰ ਇੱਕ ਕਮਿਊਨਿਟੀ, ਇੱਕ ਸਮੁਦਾਇ ਦਾ ਨਾਮ ਦੇ ਦਿੱਤਾ ਜਾਏਗਾ। ਸੋ ਅਗਲਾ ਟੌਪਿਕ ਆਪਾਂ ਇਸ ਦੇ ਵਿੱਚ ਕਰਦੇ ਹਾਂ ਸੰਗਠਨ। ਇਹ ਬਹੁਤ ਹੀ ਮਹੱਤਵਪੂਰਨ ਕਨਸੈਪਟ ਹੈ। ਸੋ ਸੰਗਠਨ ਕੀ ਹੈ, ਇੱਕ ਤਰ੍ਹਾਂ ਦਾ ਇਹ ਆਰਗੇਨਾਈਜੇਸ਼ਨ ਹੈ। ਇਸਨੂੰ ਆਰਗੇਨਾਈਜੇਸ਼ਨ ਕਿਹਾ ਜਾਂਦਾ ਹੈ, ਸੰਸਥਾ ਵੀ ਕਹਿ ਸਕਦੇ ਹਾਂ, ਕਿਉਂਕਿ ਭਾਵੇਂ ਸੰਸਥਾ ਹੈ, ਸਭਾ ਹੈ, ਸਮੁਦਾਇ ਹੈ, ਇਹ ਸਾਰੇ ਹੀ ਕੀ ਹੈ, ਸਮੂਹ ਹੈ। ਇਹਨਾਂ ਸਾਰਿਆਂ ਨੂੰ ਸਮੂਹ ਦਾ ਨਾਮ ਵੀ ਦੇ ਦਿੱਤਾ ਗਿਆ, ਕਿਉਂਕਿ ਸਮੂਹ ਆਪਣੇ ਆਪ ਦੇ ਵਿੱਚ ਹੀ ਲੋਕਾਂ ਦਾ ਇਕੱਠ ਹੈ ਜੋ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ। ਇਸ ਕਰਕੇ ਸੰਗਠਨ ਉਸ ਲੋਕਾਂ ਦਾ ਇਕੱਠ ਹੈ ਜਿਨ੍ਹਾਂ ਦੇ ਕੁਝ ਨਿਸ਼ਚਿਤ ਉਦੇਸ਼ ਹੁੰਦੇ ਹਨ। ਸੋ ਜੋ ਸੰਗਠਨ ਸ਼ਬਦ ਹੈ, ਇਹ ਸ਼ਬਦ ਯੂਨਾਨੀ ਸ਼ਬਦ ਤੋਂ ਲਿੱਤਾ ਗਿਆ ਹੈ, ਜਿਸ ਦਾ ਅਰਥ ਹੈ ਕੋਈ ਔਜ਼ਾਰ, ਕੋਈ ਯੰਤਰ ਜਾਂ ਸੰਗੀਤ ਯੰਤਰ ਕਹਿ ਸਕਦੇ ਹੋ, ਕੋਈ ਅੰਗ ਬੋਲ ਸਕਦੇ ਹੋ। ਆਰਗੇਨੌਨ ਤੋਂ ਲਿੱਤਾ ਗਿਆ ਹੈ ਸ਼ਬਦ ਇਹ, ਆਰਗੇਨਾਈਜੇਸ਼ਨ ਵਰਡ ਆਰਗੇਨੌਨ ਤੋਂ। ਸੋ ਜਿਸ ਦਾ ਮਤਲਬ ਕੋਈ ਵੀ ਔਜ਼ਾਰ, ਕੋਈ ਯੰਤਰ ਜਾਂ ਕੋਈ ਏਦਾਂ ਦਾ ਅੰਗ ਹੋ ਸਕਦਾ ਹੈ ਜੋ ਵਿਅਕਤੀਆਂ ਦੇ ਜ਼ਿੰਦਗੀ ਦਾ ਹਿੱਸਾ ਹੈ। ਸੋ ਇੱਕ ਜਾਂ ਇੱਕ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਕਰਨਾ ਅਤੇ ਇੱਕ ਖਾਸ ਉਦੇਸ਼ ਨੂੰ ਪੂਰਾ ਕਰਨ ਲਈ ਇੱਕ ਸੰਗਠਨ ਤਿਆਰ ਕੀਤਾ ਜਾਂਦਾ ਹੈ। ਸੋ ਜਿਵੇਂ ਸਮੁਦਾਇ ਦੀ ਗੱਲ ਕੀਤੀ ਸੀ ਕਿ ਇੱਕ ਵਿਅਕਤੀ ਆਪ ਸਮੁਦਾਇ ਨਹੀਂ ਬਣਾ ਰਿਹਾ, ਬਲਕਿ ਸਮੁਦਾਇ ਬਾਈ ਬਰਥ ਹੈ, ਕੁਦਰਤੀ ਤੌਰ ਦੇ ਉੱਤੇ ਆਪੇ ਹੀ ਇੱਕ ਵਿਅਕਤੀ ਉਸ ਸਮੁਦਾਇ ਦਾ ਹਿੱਸਾ ਬਣ ਜਾਂਦਾ ਹੈ। ਸੋ ਉਸੇ ਤਰ੍ਹਾਂ ਉਹਦੇ ਬਿਲਕੁਲ ਵਿਪਰੀਤ ਕੀ ਹੈ, ਸੰਗਠਨ ਹੈ, ਕਿ ਸੰਗਠਨ ਨੂੰ ਵਿਅਕਤੀਆਂ ਦੁਆਰਾ ਬਣਾਇਆ ਜਾਂਦਾ ਹੈ। ਸੰਗਠਨ ਕੀ ਹੈ, ਇੱਕ ਜਾਂ ਇੱਕ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ ਅਤੇ ਇੱਕ ਖਾਸ ਉਦੇਸ਼ ਦੀ ਪੂਰਤੀ ਲਈ, ਖਾਸ ਜੋ ਮਹੱਤਵ ਹੈ ਉਹਨਾਂ ਨੂੰ ਪੂਰਾ ਕਰਨ ਵਾਸਤੇ ਇੱਕ ਵਿਅਕਤੀ ਸੰਗਠਨ ਦਾ ਹਿੱਸਾ ਬਣ ਰਿਹਾ ਹੈ। ਸੋ ਸੰਗਠਨ ਕੀ ਹੈ, ਕੁਝ ਰਸਮੀ ਸੰਗਠਨ ਵੀ ਹੋ ਜਾਣਗੇ, ਕੁਝ ਗੈਰ ਰਸਮੀ ਸੰਗਠਨ ਵੀ ਹੋ ਜਾਣਗੇ। ਉਦਾਹਰਨ ਦੇ ਤੌਰ ਤੇ ਜੇ ਰਸਮੀ ਸੰਗਠਨ ਦੀ ਗੱਲ ਕਰੀਏ ਤਾਂ ਕੋਈ ਵੀ ਈਸਾਈ, ਮਤਲਬ ਕੋਈ ਵੀ ਧਰਮ ਹੈ ਜਾਂ ਕੋਈ ਚਰਚ ਹੈ, ਸਕੂਲ, ਹਸਪਤਾਲ, ਕੋਈ ਕੰਪਨੀ ਹੈ, ਕੋਈ ਸਿੱਖਿਅਕ ਸੰਸਥਾਵਾਂ ਹੋ ਗਈਆਂ, ਇਹ ਸਭ ਕੁਝ ਹੀ ਸੰਗਠਨ ਦੇ ਅਧੀਨ ਆ ਜਾਣਗੀਆਂ, ਜਿਵੇਂ ਸਕੂਲ, ਕਾਲਜ ਜਾਂ ਯੂਨੀਵਰਸਿਟੀ। ਸੋ ਇਹ ਫਾਰਮਲ ਹੋ ਜਾਣਗੀਆਂ, ਇਹ ਰਸਮੀ ਸੰਗਠਨ ਹੋ ਜਾਣਗੇ ਜਿਸ ਦੇ ਵਿੱਚ ਰੂਲਸ ਰੈਗੂਲੇਸ਼ਨਸ ਹੈ, ਜੋ ਨਿਯਮ ਹੈ, ਉਹ ਵੀ ਰਸਮੀ ਹੋਣਗੇ। ਇੱਕ ਵਿਅਕਤੀ ਫਾਰਮਲ ਵੇ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਦਾ ਜਾ ਰਿਹਾ ਹੈ, ਤੇ ਇਸ ਦੇ ਬਿਲਕੁਲ ਵਿਪਰੀਤ ਕੀ ਹੈ, ਗੈਰ ਰਸਮੀ ਸੰਗਠਨ, ਜਿਸ ਨੂੰ ਇਨਫਾਰਮਲ ਕਿਹਾ ਜਾਂਦਾ ਹੈ। ਸੋ ਇਨਫਾਰਮਲ ਦੇ ਵਿੱਚ ਫੈਮਿਲੀ ਸਭ ਤੋਂ ਪਹਿਲਾਂ ਹੋ ਜਾਏਗੀ, ਪਰਿਵਾਰ, ਵਿਆਹ ਅਤੇ ਨਾਤੇਦਾਰੀ ਜਾਂ ਰਿਸ਼ਤੇਦਾਰੀ। ਸੋ ਪਰਿਵਾਰ ਕੀ ਹੈ, ਪਰਿਵਾਰ ਨੂੰ ਇੱਕ ਉਹ ਸਮੂਹ, ਉਹ ਸੰਗਠਨ ਮੰਨਿਆ ਗਿਆ ਹੈ ਜੋ ਇੱਕ ਬੇਸਿਕ ਕਨਸੈਪਟ ਹੈ ਜਾਂ ਇੱਕ ਪ੍ਰਾਥਮਿਕ ਸੰਗਠਨ ਮੰਨਿਆ ਗਿਆ। ਨੋ ਡਾਊਟ ਕਿ ਜਨਮ ਲੈਣ ਦੇ ਨਾਲ ਬੱਚਾ ਇੱਕ ਪਰਿਵਾਰ ਦਾ ਮੈਂਬਰ ਬਣ ਜਾਂਦਾ ਹੈ, ਪਰ ਫਿਰ ਵੀ ਇਹ ਸੰਗਠਨ ਇਸ ਢੰਗ ਦੇ ਹਨ ਜੋ ਵਿਅਕਤੀ ਆਪ ਬਣਾ ਰਿਹਾ ਹੈ, ਕਿਉਂਕਿ ਸੰਗਠਨ, ਪਰਿਵਾਰ ਕੀ ਹੈ, ਸੰਗਠਨ ਦੀ ਇੱਕ ਇਕਾਈ ਹੈ। ਉਹ ਇਕਾਈ ਜਿਸ ਦੇ ਵਿੱਚ ਵਿਅਕਤੀ ਆਪਣੀਆਂ ਅੰਤਰ ਕਿਰਿਆਵਾਂ ਕਰਦਾ ਹੈ, ਵੱਖ-ਵੱਖ ਉਦੇਸ਼ਾਂ ਨੂੰ ਪੂਰਾ ਕਰ ਰਿਹਾ ਹੈ, ਜਿਸ ਦੇ ਵਿੱਚ ਵੱਖ-ਵੱਖ ਕੰਮਾਂ ਦੀ ਵੰਡ ਕੀਤੀ ਗਈ ਹੈ, ਤੇ ਇੱਕ ਵਿਅਕਤੀ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ। ਹੁਣ ਜ਼ਰੂਰਤਾਂ ਕਿਹੜੀਆਂ ਹੋਣਗੀਆਂ ਇੱਕ ਵਿਅਕਤੀ ਦੀਆਂ? ਮੁੱਢਲੀਆਂ ਜ਼ਰੂਰਤਾਂ ਜਾਂ ਮੁੱਖ ਜ਼ਰੂਰਤਾਂ 3 ਹੋਣਗੀਆਂ। ਸਭ ਤੋਂ ਪਹਿਲਾਂ ਤਾਂ ਰੋਟੀ,
ਕੱਪੜਾ ਤੇ ਮਕਾਨ। ਸੋ ਫੂਡ, ਕਲੋਥ ਐਂਡ ਸ਼ੈਲਟਰ, ਇਹ ਤਿੰਨ ਕੀ ਹੈ? ਮੁੱਢਲੀਆਂ ਜ਼ਰੂਰਤਾਂ ਹੈ ਜਿਸ ਨੂੰ ਇੱਕ ਵਿਅਕਤੀ ਨੂੰ ਪੂਰਾ ਕਰਨਾ ਜ਼ਰੂਰੀ ਹੈ ਤਾਂ ਕਿ ਉਹ ਸਮਾਜ ਦੇ ਵਿੱਚ ਰਹਿ ਕੇ ਸਰਵਾਈਵ ਕਰ ਸਕੇ। ਸੋ ਜਿਵੇਂ ਇੱਕ ਵਿਅਕਤੀ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਹੌਲੀ ਹੌਲੀ ਕੀ ਹੈ, ਉਹ ਬਾਕੀ ਜ਼ਰੂਰਤਾਂ ਵੱਲ ਵੀ ਵੱਧਦਾ ਹੈ, ਉਸਦੀਆਂ ਨਵੀਆਂ ਲੋੜਾਂ ਆਪੇ ਹੀ ਉਤਪੰਨ ਹੋ ਜਾਂਦੀਆਂ ਹਨ ਤੇ ਉਹ ਨਵੀਆਂ ਲੋੜਾਂ ਨੂੰ ਪੂਰਾ ਕਰਨ ਬਾਰੇ ਸੋਚਣ ਲੱਗ ਜਾਂਦਾ ਹੈ ਤੇ ਉਸਨੂੰ ਪੂਰਾ ਕਰਨ ਲਈ ਸਮਾਜ ਦੇ ਵਿੱਚ ਅੰਤਰਕਿਰਿਆਵਾਂ ਕਰਦਾ ਹੈ, ਕੰਮ ਕਰਦਾ ਹੈ, ਕਾਰਜ ਕਰਦਾ ਹੈ ਅਤੇ ਸੰਘਰਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਸੋ ਜੋ ਵਿਅਕਤੀ ਹੈ, ਦੇਖੋ ਜੋ ਇੱਕ ਮਨੁੱਖ ਹੈ ਉਹ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਦੇ ਵਿੱਚ ਰਹਿ ਕੇ, ਕਿਉਂਕਿ ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ। ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿ society is a web of social relationships। ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ। ਸਮਾਜ ਦੇ ਵਿੱਚ ਰਹਿ ਕੇ ਵੱਖ-ਵੱਖ ਲੋਕ ਅਲੱਗ-ਅਲੱਗ ਸਮਾਜ ਦੇ ਲੋਕਾਂ ਦੇ ਨਾਲ ਸੰਬੰਧ ਸਥਾਪਿਤ ਕਰਦੇ ਹੈ, ਜਿਵੇਂ ਪਤੀ ਪਤਨੀ, ਮਾਤਾ ਪਿਤਾ ਦਾ ਬੱਚਿਆਂ ਦੇ ਨਾਲ ਸੰਬੰਧ, ਵੱਖ-ਵੱਖ ਰਿਸ਼ਤੇਦਾਰਾਂ ਦੇ ਨਾਲ ਸੰਬੰਧ, ਵਿਦਿਆਰਥੀ ਦਾ ਅਧਿਆਪਕ ਨਾਲ ਸੰਬੰਧ, ਦੋ ਦੋਸਤਾਂ ਦਾ ਸੰਬੰਧ ਹੋ ਸਕਦਾ ਹੈ। ਸੋ ਹਰ ਇੱਕ ਤਰ੍ਹਾਂ ਦੇ ਸੰਬੰਧ ਇਸ ਦੇ ਵਿੱਚ ਪਾਏ ਜਾਂਦੇ ਹਨ, ਸਮਾਜ ਦੇ ਵਿੱਚ ਲੋਕਾਂ ਦੇ ਵਿਚਕਾਰ ਪਾਏ ਜਾਂਦੇ ਹਨ। ਇਸ ਕਰਕੇ ਵਿਅਕਤੀ ਇੱਕ ਸਮਾਜਿਕ ਪ੍ਰਾਣੀ ਹੈ, ਵੱਖ-ਵੱਖ ਸਮੂਹਾਂ ਦਾ ਮੈਂਬਰ ਬਣਦਾ ਹੈ। ਵੱਖ-ਵੱਖ ਸਮੂਹਾਂ ਦਾ ਮੈਂਬਰ ਬਣਨ ਤੋਂ ਨਾਲ ਕੀ ਹੈ, ਇੱਕ ਵਿਅਕਤੀ ਕਦੇ ਵੀ ਸਮਾਜ ਦੇ ਵਿੱਚ ਇਕੱਲਾ ਨਹੀਂ ਰਹਿ ਸਕਦਾ। ਉਸ ਨੂੰ ਜ਼ਰੂਰਤ ਪੈਂਦੀ ਹੈ ਵੱਖ-ਵੱਖ ਲੋਕਾਂ ਦੀ, ਅਲੱਗ-ਅਲੱਗ ਲੋਕਾਂ ਦੇ ਇਕੱਠ ਦੀ, ਤਾਂ ਕਿ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ। ਜਦੋਂ ਵਿਅਕਤੀ ਆਪਣੀਆਂ ਲੋੜਾਂ ਨੂੰ ਪੂਰਾ ਕਰਨਾ ਸਿੱਖ ਜਾਂਦਾ ਹੈ ਤਦ ਅਸਲੀ ਮਾਇਨੇ ਦੇ ਵਿੱਚ ਉਹ ਇਸ ਸਮਾਜ ਦਾ ਮੈਂਬਰ ਬਣ ਜਾਂਦਾ ਹੈ। ਕਿਉਂਕਿ ਸਿਰਫ ਜਨਮ ਲੈਣ ਦੇ ਨਾਲ ਹੀ ਇੱਕ ਵਿਅਕਤੀ ਸਮਾਜ ਦਾ ਮੈਂਬਰ ਨਹੀਂ ਬਣੇਗਾ। ਉਦਾਹਰਨ ਦੇ ਤੌਰ ਤੇ ਕਿ ਜੇ ਦੋ ਵਿਅਕਤੀ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੈ, ਉਹ ਤਦ ਤੱਕ ਇੱਕ ਸਮਾਜ ਦਾ ਨਿਰਮਾਣ ਨਹੀਂ ਕਰ ਸਕਦੇ ਜਦ ਤੱਕ ਉਹ ਇੱਕ ਦੂਸਰੇ ਨਾਲ ਗੱਲਬਾਤ ਨਹੀਂ ਕਰਦੇ, ਅੰਤਰਕਿਰਿਆਵਾਂ ਨਹੀਂ ਕਰਦੇ, ਇੱਕ ਦੂਸਰੇ ਦੇ ਨਾਲ ਕੀ ਹੈ, ਮੇਲ ਜੋਲ ਨਹੀਂ ਰੱਖਦੇ। ਸੋ ਜਿੱਥੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗ ਗਏ, ਉੱਥੇ ਇੱਕ ਸਮੂਹ ਦਾ ਨਿਰਮਾਣ ਹੋਏਗਾ ਤੇ ਇਹੀ ਸਮਾਜ ਦੀ ਇੱਕ ਮੁੱਖ ਵਿਸ਼ੇਸ਼ਤਾ ਹੈ। ਇਸ ਕਰਕੇ ਜੋ ਸੰਗਠਨ ਹੈ ਉਸਨੂੰ ਵੀ ਇੱਕ ਸਮੂਹ ਦੇ ਵਾਂਗ ਹੀ ਮੰਨਿਆ ਗਿਆ ਹੈ। ਉਹ ਸਮੂਹ ਜਾਂ ਉਹ ਸੰਗਠਨ ਜੋ ਲੋਕਾਂ ਦੁਆਰਾ ਬਣਾਇਆ ਗਿਆ ਹੈ, ਜਿਸ ਦੇ ਵਿੱਚ ਕੁਝ ਲੋੜਾਂ ਦੀ ਪੂਰਤੀ ਲਈ ਇਹ ਸੰਗਠਨ ਨੂੰ ਬਣਾਇਆ ਗਿਆ ਹੈ ਤੇ ਇਸ ਸੰਗਠਨ ਨੂੰ ਸੰਸਥਾ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ। ਸੋ ਹੁਣ ਇਸ ਦੇ ਵਿੱਚ ਕੀ ਹੈ, ਵਿਸ਼ੇਸ਼ਤਾਵਾਂ ਦੇਖਾਂਗੇ ਕਿ ਸੰਗਠਨ ਦੀਆਂ ਕੀ ਵਿਸ਼ੇਸ਼ਤਾਵਾਂ ਹਨ। ਸੋ ਸਭ ਤੋਂ ਪਹਿਲਾਂ ਤਾਂ ਕੰਮ ਦੀ ਵੰਡ, ਕੀਰਤ ਵੰਡ ਕਹਿ ਸਕਦੇ ਹੋ, ਕਿਉਂਕਿ ਜੋ ਸੰਸਥਾ ਹੈ ਜਾਂ ਜੋ ਸੰਗਠਨ ਹੈ ਉਹ ਜਦ ਸਮਾਜ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਮਾਜਿਕ ਸੰਗਠਨ ਦਾ ਨਾਮ ਦੇ ਦਿੱਤਾ ਗਿਆ, ਜਿਸ ਨੂੰ ਸੋਸ਼ਲ ਆਰਗੇਨਾਈਜੇਸ਼ਨ ਕਿਹਾ ਜਾਂਦਾ ਹੈ। ਸੋ ਸਮਾਜਿਕ ਸੰਗਠਨ ਕੀ ਹੈ, ਸਮਾਜਿਕ ਸੰਬੰਧਾਂ ਦਾ ਇੱਕ ਨਮੂਨਾ ਹੈ, ਉਹ ਇੱਕ ਤਰ੍ਹਾਂ ਦਾ ਪੈਟਰਨ ਹੈ, ਇੱਕ ਨਮੂਨਾ ਹੈ ਜੋ ਸਮਾਜ ਦੁਆਰਾ, ਸਮਾਜ ਦੇ ਲੋਕਾਂ ਦੁਆਰਾ ਤਿਆਰ ਕੀਤਾ ਗਿਆ। ਇਸ ਲਈ ਸਭ ਤੋਂ ਪਹਿਲੀ ਮੁੱਖ ਵਿਸ਼ੇਸ਼ਤਾ ਇਸ ਦੀ ਆ ਹੋ ਜਾਏਗੀ ਕੰਮ ਦੀ ਵੰਡ, ਕਿ ਵਿਅਕਤੀਆਂ ਦੇ ਵਿੱਚ ਕੰਮ ਦੀ, ਕੀਰਤ ਦੀ ਵੰਡ ਕੀਤੀ ਗਈ ਹੈ। ਉਦਾਹਰਨ ਦੇ ਤੌਰ ਤੇ ਜੇ ਕੋਈ ਕਾਲਜ ਹੈ ਤਾਂ ਉੱਥੇ ਵੀ ਜਿੰਨੇ ਵੀ ਲੋਕ, ਜਿੰਨੇ ਵੀ ਮੈਂਬਰ ਉਸ ਕਾਲਜ ਦਾ, ਉਸ ਸੰਗਠਨ ਦਾ, ਉਸ ਰਸਮੀ ਸੰਗਠਨ ਦਾ ਹਿੱਸਾ ਹਨ, ਉਹ ਸਾਰੇ ਵੱਖੋ ਵੱਖਰੀ ਜਗ੍ਹਾ ਦੇ ਉੱਤੇ ਰਹਿ ਕੇ, ਸਥਾਨ ਦੇ ਉੱਤੇ ਰਹਿ ਕੇ ਆਪਣਾ ਕੰਮ ਕਰਨਗੇ। ਜਿਵੇਂ ਪ੍ਰਿੰਸੀਪਲ ਦਾ ਕੰਮ ਹੋਰ ਹੈ, ਜਿਹੜੇ ਅਧਿਆਪਕ ਹੈ ਉਹਨਾਂ ਦਾ ਵੱਖ ਕੰਮ ਹੋਊਗਾ, ਜਿਹੜੇ ਐਡਮਿਨਿਸਟ੍ਰੇਟਿਵ ਵਰਕ ਕਰ ਰਹੇ ਹੈ ਉਹਨਾਂ ਦਾ ਅਲੱਗ ਕੰਮ ਹੈ, ਗੇਟ ਕੀਪਰ, ਸਵੀਪਰ, ਪੀਅਨ, ਲਾइब्रेरियन है। सो ਵੱਖ-ਵੱਖ ਲੋਕ ਆਪਣੀ ਆਪਣੀ ਸਥਿਤੀ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹੈ, ਜੋ ਇੱਕ ਮੁੱਖ ਵਿਸ਼ੇਸ਼ਤਾ ਹੋ ਜਾਂਦੀ ਹੈ ਕਿ ਕੰਮ ਦੀ ਵੰਡ ਕੀਤੀ ਗਈ ਹੈ ਇੱਕ ਸੰਗਠਨ ਦੇ ਵਿੱਚ, ਸੇਮ ਹੀ ਇੱਕ ਸਮੁਦਾਇ, ਸੇਮ ਹੀ ਇੱਕ ਸਮੂਹ ਦੇ ਵਾਂਗ ਹੀ। ਸੋ ਜਿੱਥੇ ਵੱਖ-ਵੱਖ ਕੰਮ ਦਿੱਤੇ ਜਾਣਗੇ, ਉਹ ਵਿਅਕਤੀ ਉਹ ਕੰਮਾਂ ਨੂੰ ਨਿਪੁੰਨ ਢੰਗ ਦੇ ਨਾਲ ਕਰੇਗਾ ਤਾਂ ਉਸਨੂੰ ਇੱਕ ਸੰਗਠਨ ਦਾ ਨਾਮ ਦੇ ਦਿੱਤਾ ਜਾਏਗਾ। ਸੋ ਅਗਲੀ ਸੰਗਠਨ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਦੇ ਵਿੱਚ ਕੀ ਹੈ, ਲਚਕੀਲਾਪਨ ਪਾਇਆ ਜਾਂਦਾ ਹੈ, ਫਲੈਕਸੀਬਿਲਿਟੀ ਪਾਈ ਜਾਂਦੀ ਹੈ। ਇੱਕ ਵਿਅਕਤੀ ਆਪਣੀ ਮਰਜ਼ੀ ਦੇ ਨਾਲ, ਉਹ ਆਪਣੀ ਫਲੈਕਸੀਬਿਲਿਟੀ ਦੇ ਨਾਲ ਕਿਸੇ ਵੀ ਸੰਗਠਨ ਦਾ ਹਿੱਸਾ ਬਣ ਸਕਦਾ ਹੈ। ਉਦਾਹਰਨ ਦੇ ਤੌਰ ਤੇ ਕਿ ਜੇ ਮੈਂ ਜੋ ਨੌਕਰੀ ਕਰ ਰਹੀ ਹਾਂ ਉਹ, ਉਸ ਦੇ ਵਿੱਚ ਕੀ ਹੈ, ਲਚਕੀਲਾਪਨ ਹੈ, ਮਤਲਬ ਮੈਂ ਉਸ ਸੰਸਥਾ ਦਾ ਜਾਂ ਉਸ ਸੰਗਠਨ ਦਾ ਹਿੱਸਾ ਆਪ ਬਣੀ ਹੈ। ਦੇਖੋ ਆਰਗੇਨਾਈਜੇਸ਼ਨ, ਸੰਗਠਨ ਜੋ ਜਿੱਥੇ ਚੀਜ਼ਾਂ ਆਰਗੇਨਾਈਜ਼ ਵੇ ਦੇ ਵਿੱਚ ਹੋਣਗੀਆਂ, ਜਿੱਥੇ ਸੰਗਠਿਤ ਰੂਪ ਦੇ ਵਿੱਚ ਹਰ ਇੱਕ ਚੀਜ਼ ਪਾਈ ਜਾਏਗੀ, ਮਤਲਬ ਰੂਲਸ ਐਂਡ ਰੈਗੂਲੇਸ਼ਨਸ ਹੋਣਗੇ
ਕਦਰਾਂ ਕੀਮਤਾਂ, ਕਾਨੂੰਨ ਜਾਂ ਕਹਿ ਸਕਦੇ ਹੋ ਕਿ ਨਿਯਮ ਪਾਏ ਜਾਣਗੇ ਤੇ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਹੈ। ਕਿਤੇ ਉਹ ਨਿਯਮ ਰਸਮੀ ਹੋਣਗੇ, ਕਿਤੇ ਗੈਰ ਰਸਮੀ ਹੋਣਗੇ, ਤੇ ਲੋਕਾਂ ਦੇ ਵਿਚਕਾਰ ਤਾਲਮੇਲ ਪਾਇਆ ਜਾਏਗਾ, ਜੋ ਇੱਕ ਮੁੱਖ ਵਿਸ਼ੇਸ਼ਤਾ ਹੈ ਸਮਾਜਿਕ ਸੰਗਠਨ ਦੀ। ਸੋ ਤਾਲਮੇਲ ਦਾ ਅਰਥ ਕੀ ਹੈ ਕਿ ਵੱਖ-ਵੱਖ ਗਤੀਵਿਧੀਆਂ ਦਾ ਤਾਲਮੇਲ ਉਹਨਾਂ ਦੀ ਵੰਡ ਵਾਂਗ ਜ਼ਰੂਰੀ ਹੈ। ਵੱਖ-ਵੱਖ ਕੀ ਹੈ, ਸਮੂਹਾਂ ਦਾ ਤਾਲਮੇਲ ਹੋਣਾ ਜ਼ਰੂਰੀ ਹੈ, ਜਿਸ ਦੇ ਨਾਲ ਕੀ ਹੈ ਲੋਕ ਇੱਕ ਸੰਗਠਨ ਦਾ ਰੂਪ ਲੈ ਲੈਣਗੇ, ਉਸ ਦੇ ਵਿੱਚ ਰਹਿ ਕੇ ਕੰਮ ਕਰਨਗੇ ਤੇ ਜਿਸ ਨੂੰ ਸਮਾਜਿਕ ਸੰਗਠਨ ਦਾ ਨਾਮ ਦਿੱਤਾ ਗਿਆ ਹੈ। ਸੋ ਇਟ ਇਜ਼, ਇਹ ਕੀ ਹੈ, ਲੋਕਾਂ ਦਾ ਇਕੱਠ ਹੈ। ਜਿਸ ਢੰਗ ਜਿਵੇਂ ਆਪਾਂ ਇੱਕ ਕਮਿਊਨਿਟੀ ਸਮੁਦਾਇ ਦੀ ਗੱਲ ਕੀਤੀ ਸੀ ਕਿ ਉੱਥੇ ਵੀ ਲੋਕਾਂ ਦਾ ਇਕੱਠ ਹੈ ਤੇ ਉਹ ਇੱਕ ਵਿਸ਼ੇਸ਼ ਜਗ੍ਹਾ ਦੇ ਉੱਤੇ ਰਹਿ ਰਹੇ ਹਨ, ਲੇਕਿਨ ਇੱਕ ਜੋ ਸੰਸਥਾ ਹੈ ਜਾਂ ਇੱਕ ਜੋ ਸੰਗਠਨ ਹੈ ਉਸ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਲੋਕ ਇੱਕ ਜਗ੍ਹਾ ਦੇ ਉੱਤੇ ਹੀ ਰਹਿਣੇ ਚਾਹੀਦੇ ਹਨ। ਜ਼ਰੂਰੀ ਨਹੀਂ ਕਿ ਉਹਨਾਂ ਦਾ ਧਰਮ ਇੱਕ ਹੋਣਾ ਚਾਹੀਦਾ ਹੈ ਤੇ ਨਾ ਹੀ ਉਹਨਾਂ ਦੀ ਇੱਕ ਸੰਸਕ੍ਰਿਤੀ ਹੋ ਸਕਦੀ ਹੈ। ਵੱਖੋ ਵੱਖਰੀ ਸੰਸਕ੍ਰਿਤੀਆਂ, ਵੱਖੋ ਵੱਖਰੇ ਧਰਮ, ਵੱਖੋ ਵੱਖਰੀ ਸ਼ਖਸੀਅਤ ਵਾਲੇ ਲੋਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ, ਵੱਖ-ਵੱਖ ਰਾਜਾਂ ਦੇ ਵਿੱਚੋਂ, ਅਲੱਗ-ਅਲੱਗ ਸਥਿਤੀ ਜਾਂ ਸਥਾਨ ਦੇ ਵਿੱਚੋਂ ਲੋਕ ਆ ਕੇ ਇੱਕ ਜੋ ਸੰਗਠਨ ਹੈ ਉਸ ਦਾ ਹਿੱਸਾ ਬਣ ਸਕਦੇ ਹਨ। ਵਿਅਕਤੀਆਂ ਦੀ ਜੋ ਸਥਿਤੀ ਹੈ, ਜੋ ਸਟੇਟਸ ਜਾਂ ਪੋਜੀਸ਼ਨ ਹੈ, ਉਹ ਵੀ ਸਮਾਜ ਦੇ ਵਿੱਚ ਵੱਖੋ ਵੱਖਰੀ ਹੀ ਹੋ ਸਕਦੀ ਹੈ। ਇਸ ਕਰਕੇ ਲੋਕਾਂ ਦਾ ਇਕੱਠ ਜੋ ਇੱਕ ਸਮੂਹ ਬਣਾ ਰਹੇ ਹਨ ਤੇ ਅੱਗੇ ਜਾ ਕੇ ਇੱਕ ਸੰਗਠਨ ਦਾ ਨਿਰਮਾਣ ਕਰਦੇ ਹਨ, ਉਸ ਨੂੰ ਸੰਗਠਨ ਕਿਹਾ ਜਾਂਦਾ ਹੈ। ਤੇ ਵਿਅਕਤੀਆਂ ਦਾ ਜੋ ਟੀਚਾ ਹੈ, ਉਦੇਸ਼ ਹੈ, ਉਹ ਪੂਰਾ ਕਰਨ ਦੇ ਲਈ ਸੰਗਠਨ ਬਣਾਇਆ ਜਾਂਦਾ ਹੈ। ਜਦ ਇੱਕ ਉਦੇਸ਼ਾਂ ਨੂੰ ਪੂਰਾ ਕਰਨ ਵਾਸਤੇ ਲੋਕ ਇਕੱਠੇ ਹੁੰਦੇ ਆ ਜਾਂ ਕਿਸੇ ਵੀ ਸੰਗਠਨ ਦਾ, ਕਿਸੇ ਵੀ ਏਦਾਂ ਦੇ ਸਮੂਹ ਦਾ ਹਿੱਸਾ ਬਣਦੇ ਆ ਜੋ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਤਦ ਉਸ ਨੂੰ ਸੰਗਠਨ, ਉਸ ਨੂੰ ਇੱਕ ਆਰਗੇਨਾਈਜੇਸ਼ਨ ਕਿਹਾ ਜਾਏਗਾ, ਕਿਉਂਕਿ ਹਰ ਇੱਕ ਚੀਜ਼ ਆਰਗੇਨਾਈਜ਼ਡ ਵੇ ਦੇ ਵਿੱਚ ਹੋਊਗੀ। ਉਦਾਹਰਨ ਦੇ ਤੌਰ ਤੇ ਜੇ ਇੱਕ ਕੰਪਨੀ ਦੀ ਆਪਾਂ ਐਗਜ਼ਾਮਪਲ ਲਈਏ, ਉਹ ਕੰਪਨੀ ਜੋ ਕੋਈ ਜਿਵੇਂ ਕਹਿ ਲਓ ਕਿ ਕੋਈ ਮਾਰਕੀਟਿੰਗ ਦਾ ਕੰਮ ਕਰ ਰਹੇ ਹੈ ਜਾਂ ਕੋਈ ਸੇਲ ਪਰਚੇਜ਼ ਦਾ ਕੰਮ ਕਰ ਰਹੇ ਹੈ, ਸੋ ਉੱਥੇ ਹਰ ਇੱਕ ਡਾਕੂਮੈਂਟ, ਹਰ ਇੱਕ ਪੇਪਰ ਕੀ ਹੈ, ਇੱਕ ਆਰਗੇਨਾਈਜ਼ਡ ਵੇ ਦੇ ਵਿੱਚ ਹੋਏਗਾ, ਇੱਕ ਸੰਗਠਿਤ ਰੂਪ ਦੇ ਵਿੱਚ ਕੰਮ ਕੀਤਾ ਜਾਏਗਾ। ਵਿਅਕਤੀਆਂ ਨੂੰ ਉਸ ਕੰਪਨੀ ਦੇ ਵਿੱਚ ਉਹਨਾਂ ਦੀ ਭੂਮਿਕਾ ਦੱਸੀ ਜਾਏਗੀ, ਉਸ ਦੇ ਅਨੁਸਾਰ ਵਿਅਕਤੀ ਆਪਣੀ ਭੂਮਿਕਾ ਨਿਭਾਏਗਾ, ਆਪਣਾ ਰੋਲ ਪਲੇ ਕਰੇਗਾ ਤੇ ਕੀ ਹੈ, ਵੱਖੋ ਵੱਖਰੇ ਕੰਮ ਜਦ ਇਕੱਠੇ ਮਿਲ ਕੇ ਕੀ ਹੈ, ਉਹ ਕੰਪਨੀ ਨੂੰ ਸਹੀ ਢੰਗ ਦੇ ਨਾਲ ਚਲਾਉਣਗੇ। ਵੱਖ-ਵੱਖ ਲੋਕ ਅਲੱਗ-ਅਲੱਗ ਅਹੁਦਿਆਂ ਤੇ ਹੋਣਗੇ, ਉਹਨਾਂ ਦੀ ਭੂਮਿਕਾ ਵੱਖ-ਵੱਖ ਹੋਏਗੀ ਤੇ ਇਹ ਸਾਰੀਆਂ ਚੀਜ਼ਾਂ ਵੱਖੋ ਵੱਖਰੀਆਂ ਹੋਣ ਦੇ ਨਾਲ ਕੀ ਹੈ, ਵਿਅਕਤੀ ਸਮਾਜ ਦਾ ਹਿੱਸਾ ਬਣ ਕੇ, ਉਸ ਸੰਗਠਨ ਦਾ ਹਿੱਸਾ ਬਣ ਕੇ ਉਸ ਸੰਗਠਨ ਨੂੰ ਚੰਗੇ ਢੰਗ ਦੇ ਨਾਲ ਅੱਗੇ ਚਲਾਏਗਾ, ਜਿਸ ਨੂੰ ਆਰਗੇਨਾਈਜੇਸ਼ਨ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਆਰਗੇਨਾਈਜੇਸ਼ਨ ਦੀ, ਸੰਗਠਨ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਅੰਤਰ ਕਿਰਿਆਵਾਂ ਪਾਈਆਂ ਜਾਂਦੀਆਂ ਹਨ। ਇੰਟਰੈਕਸ਼ਨ, ਉਹ ਐਕਸ਼ਨਸ, ਉਹ ਲੋਕਾਂ ਨਾਲ ਆਪਸੀ ਤਾਲਮੇਲ, ਆਪਸੀ ਅੰਤਰ ਕਿਰਿਆਵਾਂ, ਗਤੀਵਿਧੀਆਂ ਕਰਨਾ ਜਿਸ ਦੇ ਨਾਲ ਵਿਅਕਤੀ ਇੱਕ ਸੰਗਠਨ ਦਾ ਹਿੱਸਾ ਬਣਨਗੇ। ਕਿਉਂਕਿ ਜੇ ਵਿਅਕਤੀ ਇੱਕ ਕੰਮ ਹੀ ਨਹੀਂ ਕਰੇਗਾ ਤਦ ਉਹ ਇੱਕ ਸੰਗਠਨ ਦਾ ਹਿੱਸਾ ਨਹੀਂ ਬਣ ਸਕਦਾ, ਕਿਉਂਕਿ ਸੰਗਠਨ ਨੂੰ ਬਣਾਉਣ ਵਾਸਤੇ ਕੀ ਹੈ, ਲੋਕਾਂ ਦੇ ਇਕੱਠ ਦੀ ਲੋੜ ਹੈ, ਉਹ ਅੰਤਰ ਕਿਰਿਆਵਾਂ ਕਰਨਗੇ ਤੇ ਕੁਝ ਉਦੇਸ਼ਾਂ ਨੂੰ ਪੂਰਾ ਕਰਨਗੇ। ਤੇ ਜੋ ਵੀ ਕੋਈ ਸੰਗਠਨ, ਜੇ ਕੋਈ ਸੰਗਠਨ ਉਦੇਸ਼ ਪੂਰਾ ਨਹੀਂ ਕਰਦਾ ਤਦ ਉਹ ਉੱਥੇ ਹੀ ਖਤਮ ਹੋ ਜਾਂਦਾ, ਕਿਉਂਕਿ ਕੋਈ ਵੀ ਸੰਗਠਨ ਏਦਾਂ ਦਾ ਨਹੀਂ ਹੋਏਗਾ ਕਿ ਹਾਂ ਵਿਅਕਤੀਆਂ ਦੀ ਭਰਤੀ ਉਸ ਦੇ ਵਿੱਚ ਹੋ ਗਈ ਹੈ, ਵਿਅਕਤੀ ਉਸ ਸੰਗਠਨ ਦਾ ਮੈਂਬਰ ਬਣ ਗਿਆ, ਲੇਕਿਨ ਉਹ ਸੰਗਠਨ ਕੋਈ ਫਾਇਦੇਮੰਦ ਨਹੀਂ ਹੈ। ਇਸ ਦਾ ਅਰਥ ਇਹ ਹੈ ਕਿ ਜੇ ਇੱਕ ਵਿਅਕਤੀ ਕਿਸੇ ਸੰਗਠਨ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਦ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਹੀ ਉਸ ਸੰਗਠਨ ਦਾ ਸਹਾਰਾ ਲੈ ਰਿਹਾ ਹੈ, ਕਿਉਂਕਿ ਲੋਕਾਂ ਦੇ ਵਿਚਕਾਰ ਸਹਿਯੋਗ ਦੀ ਭਾਵਨਾ ਹੋਏਗੀ, ਉਹ ਆਪਣੇ ਆਮ ਉਦੇਸ਼ ਹੈ ਜੋ ਉਹਨਾਂ ਨੂੰ ਪੂਰਾ ਕੀਤਾ ਜਾਏਗਾ। ਸੋ ਹਰ ਸੰਸਥਾ ਜਾਂ ਹਰ ਸੰਗਠਨ ਦੇ ਕੁਝ ਨਾ ਕੁਝ ਉਦੇਸ਼ ਹੋਣਗੇ। ਉਦੇਸ਼ ਹੋਣ ਦੇ ਨਾਲ ਨਾਲ ਹਰ ਇੱਕ ਸੰਸਥਾ ਜਾਂ ਹਰ ਇੱਕ ਸੰਗਠਨ ਦੇ ਵਿੱਚ ਕੀ ਹੈ, ਕੁਝ ਕਦਰਾਂ ਕੀਮਤਾਂ ਪਾਈਆਂ ਜਾਣਗੀਆਂ। ਹੁਣ ਕਦਰਾਂ ਤੇ ਕੀਮਤਾਂ, ਨੋਰਮਸ ਐਂਡ ਵੈਲਿਊਜ਼, ਉਹ ਨੋਰਮਸ ਐਂਡ ਵੈਲਿਊਜ਼, ਉਹ ਕਦਰਾਂ ਕੀਮਤਾਂ ਜੋ ਸਮਾਜ ਦੁਆਰਾ ਪ੍ਰਵਾਨਿਤ ਹੁੰਦੀਆਂ। ਸਮਾਜ ਉਹ ਕਦਰਾਂ ਕੀਮਤਾਂ ਦੀ ਨੂੰ ਪ੍ਰਵਾਨਗੀ ਦਿੰਦਾ ਹੈ ਸਮਾਜ ਦੇ ਵਿੱਚ। ਇਸ ਕਰਕੇ ਸੰਗਠਨ ਦੇ ਮੈਂਬਰਾਂ ਦੇ ਵਿਵਹਾਰ ਨੂੰ ਨਿਯੰਤਰਿਤ ਕਰਨਾ ਵੀ ਇੱਕ ਮੁੱਖ ਵਿਸ਼ੇਸ਼ਤਾ ਹੈ। ਦੇਖੋ ਇਹ ਜੋ ਪੁਆਇੰਟ ਹੈ ਬੜਾ ਹੀ ਇੰਪੋਰਟੈਂਟ ਤੇ ਬੜਾ ਹੀ ਐਗਜ਼ੈਕਟ ਪੁਆਇੰਟ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸੰਗਠਨ ਹੈ ਕੀ। ਸੰਗਠਨ ਦੇ ਵਿੱਚ ਜਿੰਨੇ ਵੀ ਮੈਂਬਰ ਸ਼ਾਮਿਲ ਹੁੰਦੇ ਹਨ, ਜਿੰਨੇ ਵੀ ਲੋਕ ਸ਼ਾਮਿਲ ਹੁੰਦੇ ਹਨ, ਉਹ ਆਪਣੇ ਵਿਵਹਾਰ ਨੂੰ ਨਿਯੰਤਰਿਤ ਕਰਨਗੇ।
ਹੁਣ ਵਿਵਹਾਰ ਨੂੰ ਨਿਯੰਤਰਿਤ ਕਿਸ ਢੰਗ ਦੇ ਨਾਲ ਕੀਤਾ ਜਾਏਗਾ? ਇੱਕ ਵਿਅਕਤੀ ਸਮਾਜ ਦੇ ਨਿਯਮਾਂ ਦੇ ਅਨੁਸਾਰ ਚੱਲੇਗਾ, ਉਹ ਕੰਟਰੋਲ ਰੱਖੇਗਾ, ਉਹ ਨਿਯੰਤਰਣ ਰੱਖੇਗਾ ਆਪਣੇ ਵਿਵਹਾਰ ਜਾਂ ਆਪਣੇ ਸੁਭਾਅ ਦੇ ਉੱਤੇ ਵੀ ਅਤੇ ਦੂਜੇ ਲੋਕਾਂ ਦੇ ਵਿਵਹਾਰ ਦੇ ਉੱਤੇ ਵੀ, ਜਿਸ ਦੇ ਨਾਲ ਸਮਾਜ ਸਹੀ ਆਕਾਰ ਲੈ ਲੇਗਾ, ਸਹੀ ਰੂਪ ਲੈ ਲੇਗਾ ਤੇ ਜਿਸ ਨੂੰ ਸਮਾਜਿਕ ਢਾਂਚੇ ਦਾ ਵੀ ਨਾਮ ਦੇ ਦਿੱਤਾ ਜਾਏਗਾ। ਕਿਉਂਕਿ ਸਮਾਜ ਦੇ ਵਿੱਚ ਜਦ ਵੱਖ-ਵੱਖ ਲੋਕ ਅਲੱਗ-ਅਲੱਗ ਧਰਮ, ਜਾਤੀ, ਨਸਲ, ਉਮਰ, ਲਿੰਗ, ਚਮੜੀ ਦਾ ਰੰਗ, ਵੱਖ-ਵੱਖ ਸ਼ਖਸੀਅਤਾਂ ਦੇ ਹੋਣਗੇ, ਵੱਖ-ਵੱਖ ਵਿਦਿਅਕ ਉਹਨਾਂ ਦੇ ਕੋਲ ਐਕਸਪੀਰੀਅੰਸ ਅਲੱਗ-ਅਲੱਗ ਹੋਏਗਾ, ਸਿਖਲਾਈ ਵੱਖ-ਵੱਖ ਹੋਏਗੀ। ਸੋ ਅਲੱਗ-ਅਲੱਗ ਲੋਕ ਹੋਣ ਦੇ ਬਾਵਜੂਦ ਵੀ ਜਦੋਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇੱਕ ਕੰਮ ਕਰਨਗੇ, ਉਦੇਸ਼ਾਂ ਨੂੰ ਪੂਰਾ ਕਰਨਗੇ, ਕਿਸੇ ਉਦਾਹਰਨ ਦੇ ਤੌਰ ਤੇ ਕਿਸੇ ਕਲੱਬ ਦਾ ਮੈਂਬਰ ਬਣਨਗੇ ਜਾਂ ਕੋਈ ਜਿਮ ਦਾ ਮੈਂਬਰ ਬਣ ਰਿਹਾ ਹੈ, ਕੋਈ ਕਿੱਟੀ ਪਾਰਟੀ ਦਾ ਮੈਂਬਰ ਬਣਦਾ ਪਿਆ, ਸੋ ਉਹ ਕੀ ਹੈ, ਇਹ ਵੀ ਸੰਗਠਨ ਹੋਣਗੇ ਜਿਸ ਦੇ ਵਿੱਚ ਲੋਕ ਵੱਖੋ ਵੱਖਰੇ ਕੰਮ ਵੀ ਕਰਨਗੇ ਤੇ ਇੱਕ ਦੂਸਰੇ ਦੇ ਨਾਲ ਮਿਲ ਕੇ ਵੀ ਟੀਚੇ ਨੂੰ ਪੂਰਾ ਕਰਨਗੇ, ਉਦੇਸ਼ਾਂ ਦੀ ਪੂਰਤੀ ਕਰਨਗੇ, ਏਮਸ, ਆਬਜੈਕਟਿਵਸ ਜਾਂ ਗੋਲਸ ਨੂੰ ਪੂਰਾ ਕਰਨਗੇ। ਸੋ ਅਰਥਾਤ ਕਹਿ ਸਕਦੇ ਹਾਂ ਕਿ ਵੱਖ-ਵੱਖ ਲੋਕ ਸਮਾਜ ਦੇ ਵਿੱਚ ਕੰਮ ਕਰਦੇ ਹਨ ਤੇ ਸੰਗਠਨ ਦੇ ਅਧੀਨ ਰਹਿ ਕੇ ਅਤੇ ਆਪਣੇ ਕਰਤੱਵ ਬਾਰੇ ਜਾਣਕਾਰੀ ਵੀ ਲੈਂਦੇ ਹਨ ਕਿ ਇੱਕ ਵਿਅਕਤੀ ਦਾ ਕੀ ਰੋਲ ਹੈ। ਹੁਣ ਇੱਕ ਵਿਅਕਤੀ ਕਿਸ ਢੰਗ ਦੀ ਭੂਮਿਕਾ ਨਿਭਾ ਰਿਹਾ ਹੈ ਸਮਾਜ ਦੇ ਵਿੱਚ ਰਹਿ ਕੇ, ਦੂਜੇ ਵਿਅਕਤੀਆਂ ਦੇ ਵਿੱਚ ਵਿਚਰ ਕੇ। ਕਿਉਂਕਿ ਦੇਖੋ ਭੂਮਿਕਾ ਕੀ ਹੈ, ਰੋਲ ਇੱਕ ਉਹ ਦਿੱਤਾ ਗਿਆ ਕੰਮ ਹੈ ਜਿਸ ਦੇ ਅਨੁਸਾਰ ਇੱਕ ਵਿਅਕਤੀ ਸਮਾਜ ਦੇ ਵਿੱਚ ਲੋਕਾਂ ਨਾਲ ਵਿਚਰ ਰਿਹਾ। ਭੂਮਿਕਾ ਇੱਕ ਉਹ ਸਥਾਨ ਹੈ ਜੋ ਵਿਅਕਤੀ ਨੂੰ ਉਹਦੇ ਕੰਮ ਦੇ ਅਨੁਸਾਰ ਵੀ ਦਿੱਤਾ ਗਿਆ ਹੈ। ਜਦੋਂ ਇੱਕ ਵਿਅਕਤੀ ਨੂੰ ਸਮਾਜ ਦੇ ਵਿੱਚ ਰਹਿ ਕੇ ਉਸਦੀ ਭੂਮਿਕਾ ਦਾ ਪਤਾ ਲੱਗ ਜਾਏਗਾ ਤਦ ਉਹ ਵਿਅਕਤੀ ਕੀ ਹੈ, ਦੂਜਿਆਂ ਨਾਲ ਸਹੀ ਢੰਗ ਦੇ ਨਾਲ ਅੰਤਰਕਿਰਿਆਵਾਂ ਕਰੇਗਾ, ਸਮਾਜ ਦੇ ਵਿੱਚ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਤੇ ਨਾਲ ਨਾਲ ਦੂਸਰਿਆਂ ਦੀ ਵੀ ਸਹਾਇਤਾ ਕਰੇਗਾ ਕਿ ਉਹ ਵਿਅਕਤੀ ਆਪਣੀਆਂ ਵੀ ਜ਼ਰੂਰਤਾਂ ਪੂਰੀਆਂ ਕਰ ਸਕਣ। ਸੋ ਐਟ ਦਾ ਐਂਡ ਇਹ ਕਹਿ ਸਕਦੇ ਹਾਂ ਕਿ ਵੱਖ-ਵੱਖ ਲੋਕ ਅਲੱਗ-ਅਲੱਗ ਕੰਮਾਂ ਦੇ ਵਿੱਚ ਇਨਵੋਲਵ ਹੋਣਗੇ, ਵੱਖ-ਵੱਖ ਅੰਤਰਕਿਰਿਆਵਾਂ ਕਰਨਗੇ, ਕਦਰਾਂ ਕੀਮਤਾਂ ਦੇ ਅਧੀਨ ਰਹਿ ਕੇ ਜੋ ਸੰਗਠਨ ਹੈ ਉਹ ਬਣਾਇਆ ਜਾਏਗਾ ਤੇ ਇੱਕ ਮੇਨ ਪਰਪਸ ਹੋਏਗਾ, ਇੱਕ ਉਹ ਕਰਤੱਵ ਹੋਏਗਾ ਜਿਸ ਦੇ ਵਿੱਚ ਵਿਅਕਤੀ ਆਪ ਸ਼ਾਮਿਲ ਹੋਏਗਾ, ਉਸ ਸੰਗਠਨ ਦਾ ਹਿੱਸਾ ਬਣੇਗਾ। ਤੇ ਇਸ ਤੋਂ ਬਾਅਦ ਇੱਕ ਹੋਰ ਵਿਸ਼ੇਸ਼ਤਾ ਜੋ ਪਾਈ ਜਾਂਦੀ ਹੈ ਸੰਗਠਨ ਦੇ ਵਿੱਚ ਉਹ ਇਹ ਹੈ ਕਿ ਲੋਕ ਆਪਣੀ ਸਥਿਤੀ ਨੂੰ ਸਵੀਕਾਰਨਗੇ। ਉਦਾਹਰਨ ਦੇ ਤੌਰ ਤੇ ਜੇ ਪਰਿਵਾਰ ਦੀ ਗੱਲ ਕਰੀਏ, ਜੋ ਇੱਕ ਸੰਗਠਨ ਹੈ, ਜੋ ਇੱਕ ਗੈਰ ਰਸਮੀ ਢੰਗ ਦਾ ਸੰਗਠਨ ਹੈ, ਸੋ ਪਰਿਵਾਰ ਦੇ ਵਿੱਚ ਕੀ ਹੈ, ਇੱਕ ਕਿਸੇ ਨੂੰ ਪਿਤਾ ਦਾ ਰੁਤਬਾ ਮਿਲਿਆ ਹੈ, ਕੋਈ ਮਾਤਾ ਹੈ, ਕੋਈ ਜਿਵੇਂ ਆਪਾਂ ਕਹਿੰਦੇ ਕਿ ਕੋਈ ਭਰਾ, ਕੋਈ ਭੈਣ, ਸੋ ਵੱਖ-ਵੱਖ ਅਹੁਦਿਆਂ ਦੇ ਉੱਤੇ ਲੋਕਾਂ ਨੂੰ ਰੱਖਿਆ ਜਾ ਰਿਹਾ ਹੈ, ਵੱਖ-ਵੱਖ ਰੁਤਬਿਆਂ ਤੇ ਮੈਂਬਰਾਂ ਨੂੰ ਵੰਡਿਆ ਜਾ ਰਿਹਾ ਹੈ ਜਿਸ ਦੇ ਅਨੁਸਾਰ ਵਿਅਕਤੀ ਅਲੱਗ-ਅਲੱਗ ਸਥਿਤੀ ਦੇ ਉੱਤੇ ਰਹਿ ਕੇ ਆਪਣਾ ਕੰਮ ਕਰਨਗੇ ਤੇ ਇੱਕ ਡਿਜ਼ਾਇਰ ਵੀ ਹੋ ਜਾਂਦੀ ਹੈ ਕਿ ਉਸ ਵਿਅਕਤੀ ਨੇ, ਉਸ ਮੈਂਬਰ ਨੇ ਆਪਣੇ ਸਟੇਟਸ ਨੂੰ ਅਸੈਪਟ ਕਰਨਾ ਹੈ। ਡਿਜ਼ਾਇਰ ਟੂ ਅਸੈਪਟ ਸਟੇਟਸ, ਲੋਕ ਆਪਣੀ ਸਥਿਤੀ ਕੀ ਹੈ ਸਵੀਕਾਰਨਗੇ। ਇਸੇ ਢੰਗ ਦੇ ਨਾਲ ਸਮਾਜ ਦੇ ਵਿੱਚ ਕੀ ਹੈ, ਇੱਕ ਸੰਗਠਨ ਦਾ ਨਿਰਮਾਣ ਹੋਏਗਾ ਤੇ ਵਿਅਕਤੀ ਸਮਾਜ ਦੇ ਵਿੱਚ ਦੂਸਰੇ ਲੋਕਾਂ ਦੇ ਨਾਲ ਚੰਗੇ ਢੰਗ ਦੇ ਨਾਲ ਵਿਚਰ ਸਕਦਾ। ਕਿਉਂਕਿ ਕੁਝ ਸਮਾਜ ਵਿਗਿਆਨੀਆਂ ਦੁਆਰਾ ਸਮਾਜ ਦੇ ਵਿੱਚ ਕੁਝ ਇੱਦਾਂ ਦੇ ਵਿਗਿਆਨ, ਇੱਦਾਂ ਦੀਆਂ ਖੋਜਾਂ ਕੀਤੀਆਂ ਗਈਆਂ ਜਿਸ ਦੇ ਅੰਤਰਗਤ ਇਹ ਦੇਖਣ ਨੂੰ ਮਿਲਿਆ ਕਿ ਜੇ ਵਿਅਕਤੀ ਦੂਸਰਿਆਂ ਦੇ ਨਾਲ ਮਿਲ ਕੇ ਹੀ ਨਹੀਂ ਰਹੇਗਾ, ਜੇ ਉਹ ਇੱਕ ਸੰਗਠਨ ਜਾਂ ਇੱਕ ਸਮੂਹ ਜਾਂ ਇੱਕ ਸੰਸਥਾ ਹੀ ਨਹੀਂ ਬਣਾਏਗਾ, ਤਦ ਕੀ ਹੈ, ਸਮਾਜ ਦੇ ਵਿੱਚ ਨਿਰਮਾਣ ਸਮਾਜ ਦਾ ਚੰਗੇ ਢੰਗ ਦੇ ਨਾਲ ਨਹੀਂ ਹੋ ਸਕਦਾ। ਸਮਾਜ ਦੇ ਵਿੱਚ ਨਿਰਮਾਣ ਜਾਂ ਸਮਾਜ ਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਲਾਉਣ ਦੇ ਲਈ ਜ਼ਰੂਰੀ ਹੈ ਕਿ ਵੱਖ-ਵੱਖ ਲੋਕ ਇਸ ਸਮਾਜ ਦਾ ਹਿੱਸਾ ਬਣ ਕੇ, ਸਮਾਜ ਦਾ ਮੈਂਬਰ ਬਣ ਕੇ ਅਲੱਗ-ਅਲੱਗ ਅੰਤਰਕਿਰਿਆਵਾਂ ਕਰਨ, ਉਹਨਾਂ ਵਿੱਚ ਕੰਮ ਦੀ ਵੰਡ ਹੋਏਗੀ, ਉਹ ਸਹਿਯੋਗ ਦੇ ਨਾਲ ਇੱਕ ਦੂਜੇ ਦਾ ਦੇ ਨਾਲ ਕੋਆਪਰੇਟ ਕਰਨਗੇ ਤੇ ਸੰਗਠਨ ਨੂੰ ਚਲਾਉਣ ਦੇ ਲਈ ਕੀ ਹੈ, ਏਕਤਾ ਅਤੇ ਸਹਿਯੋਗ ਲੋਕਾਂ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ, ਜੋ ਇੱਕ ਸਮੂਹ ਦੀ ਵੀ ਵਿਸ਼ੇਸ਼ਤਾ ਹੈ ਤੇ ਇੱਕ ਸੰਗਠਨ ਦੀ ਵੀ ਵਿਸ਼ੇਸ਼ਤਾ ਹੈ। ਕਿਉਂਕਿ ਜਦ ਇੱਕ ਵਿਅਕਤੀ ਆਪਣਾ ਕੰਮ ਇੱਕ ਸੰਗਠਿਤ ਰੂਪ ਦੇ ਵਿੱਚ ਕਰਨਾ ਸ਼ੁਰੂ ਕਰ ਦਿੰਦਾ ਹੈ, ਇੱਕ ਆਰਗੇਨਾਈਜ਼ਡ ਵੇ ਦੇ ਵਿੱਚ ਕਰਨਾ ਸ਼ੁਰੂ ਕਰ ਦੇਗਾ, ਉੱਥੇ ਇੱਕ ਸੰਗਠਨ ਕੀ ਹੈ, ਉਹਦਾ ਨਿਰਮਾਣ ਹੋ ਜਾਏਗਾ ਜਾਂ ਉਹ ਸਟੈਬਲਿਸ਼ ਹੋ ਜਾਏਗਾ।
ਸੋ ਜੇ ਓਵਰਆਲ ਆਪਾਂ ਇਸ ਆਰਗੇਨਾਈਜੇਸ਼ਨ ਟਰਮ ਨੂੰ ਦੇਖੀਏ, ਸੰਗਠਨ ਨੂੰ ਦੇਖੀਏ, ਤਾਂ ਕਹਾਂਗੇ ਕਿ ਲੋਕ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨਗੇ ਇੱਕ ਸੰਗਠਨ ਦੇ ਵਿੱਚ ਰਹਿ ਕੇ। ਕਿਉਂਕਿ ਜੋ ਇੱਕ ਸੰਗਠਨ ਵਰਡ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਨਿਪੁੰਨ ਸ਼ਬਦ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇੱਕ ਵਿਅਕਤੀ ਆਪਣਾ ਕੰਮ ਕਿਸ ਢੰਗ ਦੇ ਨਾਲ ਕਰ ਰਿਹਾ ਹੈ, ਤੇ ਜ਼ਿੰਦਗੀ ਜੀਣ ਦਾ ਇੱਕ ਉਹ ਢੰਗ, ਉਹ ਤਰੀਕਾ ਜੋ ਇੱਕ ਵਿਅਕਤੀ ਸੰਗਠਿਤ ਰੂਪ ਦੇ ਵਿੱਚ ਰਹਿ ਕੇ ਆਪਣਾ ਜੋ ਕਾਰਜ ਹੈ ਉਹ ਕਰ ਰਿਹਾ ਹੈ। ਸੋ ਜਿਵੇਂ ਬਾਰ-ਬਾਰ ਵਿਆਹ ਦਾ ਅਤੇ ਪਰਿਵਾਰ ਦੀ ਉਦਾਹਰਨ ਦਿੱਤੀ ਜਾਂਦੀ ਹੈ। ਹੁਣ ਵੱਖ-ਵੱਖ ਸੰਗਠਨਾਂ ਦੀ ਜੇ ਗੱਲ ਕਰੀਏ ਤਾਂ ਕੁਝ ਸੰਗਠਨ ਏਦਾਂ ਦੇ ਹੈ ਜਿਸ ਦੇ ਵਿੱਚ ਨਿਯਮ, ਕਾਇਦੇ ਕਾਨੂੰਨ ਬਹੁਤ ਕੜੇ ਹੋਣਗੇ, ਲਿਖਿਤ ਰੂਪ ਦੇ ਵਿੱਚ ਹੋਣਗੇ, ਜਿਸ ਨੂੰ ਰਸਮੀ ਕਿਹਾ ਜਾਏਗਾ, ਫਾਰਮਲ ਕਿਹਾ ਜਾਏਗਾ। ਤੇ ਇੱਕ ਵਿਅਕਤੀ ਜੇ ਉਹ ਸੰਗਠਨ ਦਾ ਹਿੱਸਾ ਬਣ ਕੇ ਉਹ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸਨੂੰ ਫੋਲੋ ਨਹੀਂ ਕਰਦਾ, ਤਦ ਕੀ ਹੋਏਗਾ? ਉਸਨੂੰ ਵਿਅਕਤੀ ਨੂੰ ਕੁਝ ਪਨਿਸ਼ਮੈਂਟ ਦਿੱਤੀ ਜਾਏਗੀ, ਉਸ ਸੰਗਠਨ ਦੇ ਵਿੱਚੋਂ ਬਾਹਰ ਵੀ ਨਿਕਾਲ ਦਿੱਤਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਕਿ ਜੇ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਕੋਈ ਲੈਕਚਰ ਨਹੀਂ ਲਗਾ ਰਿਹਾ, ਕੋਈ ਕਲਾਸ ਨਹੀਂ ਲਗਾ ਰਿਹਾ, ਜਾਂ ਕੋਈ ਆਪਣਾ ਹੋਮਵਰਕ ਨਹੀਂ ਟਾਈਮ ਸਿਰ ਕਰ ਰਿਹਾ, ਜਾਂ ਫੀਸ ਵੀ ਨਹੀਂ ਪ੍ਰੋਪਰ ਦੇ ਰਿਹਾ, ਤਾਂ ਕੀ ਹੈ, ਉਸ ਵਿਅਕਤੀ ਨੂੰ ਨਤਾੜਿਆ ਜਾਏਗਾ, ਉਸ ਵਿਦਿਆਰਥੀ ਨੂੰ ਦੱਸਿਆ ਜਾਏਗਾ ਕਿ ਇਹ ਨਿਯਮ ਹੈ, ਇਹ ਕਾਇਦੇ ਕਾਨੂੰਨ ਹੈ, ਜਿਨ੍ਹਾਂ ਨੂੰ ਫੋਲੋ ਕਰਨਾ ਹੀ ਪਏਗਾ, ਜਿਨ੍ਹਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਸੋ ਉਹ ਕੀ ਹੈ, ਰਸਮੀ ਢੰਗ ਦੇ ਸੰਗਠਨ ਹੋਣਗੇ। ਤੇ ਇਸ ਤੋਂ ਵਿਪਰੀਤ ਜੋ ਗੈਰ ਰਸਮੀ ਢੰਗ ਦੇ ਸੰਗਠਨ ਹੋਣਗੇ, ਇਨਫਾਰਮਲ ਜੋ ਆਪਾਂ ਕਹਿੰਦੇ ਆ ਆਰਗੇਨਾਈਜੇਸ਼ਨਸ ਹੋਣਗੀਆਂ, ਉਸ ਦੇ ਵਿੱਚ ਪਰਿਵਾਰ, ਵਿਆਹ, ਨਾਤੇਦਾਰੀ, ਕੋਈ ਕਲੱਬ, ਸੈਮੀਨਾਰ ਹੋ ਸਕਦਾ ਹੈ, ਕੋਈ ਲੈਕਚਰ ਹੋ ਸਕਦਾ ਹੈ, ਜਿਸ ਨੂੰ ਇੱਕ ਸੰਗਠਨ ਦਾ ਨਾਮ ਦੇ ਦਿੱਤਾ ਗਿਆ ਹੈ। ਕੋਈ ਵੀ ਜੋ ਸਿੱਖਿਅਕ ਸੰਸਥਾ ਹੈ ਉਹ ਉਸ ਸੰਗਠਨ ਦਾ ਹਿੱਸਾ ਬਣ ਸਕਦੀ ਹੈ। ਸੋ ਐਂਡਿੰਗ ਦੇ ਵਿੱਚ ਮੈਂ ਦੋਨੋਂ ਟੌਪਿਕਸ ਨੂੰ ਲੈ ਕੇ ਇਹੀ ਕਨਕਲੂਡ ਕਰਨਾ ਚਾਹੁੰਦੀ ਹਾਂ, ਜਿਵੇਂ ਜਿੱਥੇ ਪਹਿਲਾਂ ਸਮੁਦਾਇ ਦੀ ਗੱਲ ਹੋਈ ਸੀ। ਸੋ ਜਦੋਂ ਸਮੁਦਾਇ ਦੇ ਮੈਂਬਰ ਜਦ ਇਕੱਠੇ ਮਿਲ ਕੇ ਕੰਮ, ਕਿਉਂਕਿ ਸਮੁਦਾਇ ਤੇ ਸੰਗਠਨ ਇਹ ਦੋਨੋਂ ਹੀ ਕੀ ਹੈ, ਸਮਾਜ ਦਾ ਹਿੱਸਾ ਹੈ। ਇਹਨਾਂ ਦੋਨਾਂ ਨੂੰ ਕਿਤੇ ਨਾ ਕਿਤੇ ਨਕਾਰਿਆ ਨਹੀਂ ਜਾ ਸਕਦਾ। ਐਵੇਂ ਨਹੀਂ ਕਿਹਾ ਜਾ ਸਕਦਾ ਕਿ ਸਮਾਜ ਦੇ ਵਿੱਚ ਜੋ ਸਮੂਹ ਹੈ ਜਾਂ ਜੋ ਸੰਗਠਨ ਹੈ ਉਹ ਜ਼ਿਆਦਾ ਮਹੱਤਵਪੂਰਨ ਹੈ ਤੇ ਸਮੁਦਾਇ ਘੱਟ ਮਹੱਤਵਪੂਰਨ ਹੈ, ਕਿਉਂਕਿ ਸਮਾਜ ਦੇ ਵਿੱਚ ਜਦੋਂ ਇੱਕ ਵਿਅਕਤੀ ਦਾ ਜਨਮ ਹੁੰਦਾ ਉਹ ਆਪੇ ਹੀ ਉਹ ਉਸ ਸਮਾਜ ਦਾ ਹਿੱਸਾ ਬਣ ਜਾਂਦਾ। ਤੇ ਸਮਾਜ ਦਾ ਹਿੱਸਾ ਬਣਨ ਦੇ ਨਾਲ ਨਾਲ ਕੀ ਹੈ ਕਿ ਉਹ ਆਪਣੀਆਂ ਅੰਤਰ ਕਿਰਿਆਵਾਂ ਕਰਦੇ। ਉਦਾਹਰਨ ਦੇ ਤੌਰ ਤੇ ਪਰਿਵਾਰ ਤੋਂ ਹੀ ਸ਼ੁਰੂਆਤ ਕਰਦੇ ਹਾਂ ਕਿ ਜਦੋਂ ਇੱਕ ਬੱਚੇ ਦਾ ਜਨਮ ਇੱਕ ਪਰਿਵਾਰ ਦੇ ਵਿੱਚ ਹੁੰਦਾ ਤਦ ਕੀ ਹੈ, ਉਹ ਬੱਚਾ ਆਪਣੇ ਮਾਤਾ ਪਿਤਾ ਤੋਂ ਜਾਂ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਕਈ ਕੁਝ ਗ੍ਰਹਿਣ ਕਰਦਾ ਹੈ, ਕਾਫੀ ਕੁਝ ਸਿੱਖਦਾ ਹੈ ਤੇ ਗ੍ਰਹਿਣ ਕਰਦਾ ਹੈ। ਤੇ ਜਦੋਂ ਉਹ ਗ੍ਰਹਿਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਸਮਾਜੀਕਰਨ ਦੀ ਪ੍ਰਕਿਰਿਆ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਹੌਲੀ ਹੌਲੀ ਉਹ ਵੱਖ-ਵੱਖ ਸਮੂਹਾਂ ਦਾ ਹਿੱਸਾ ਬਣਦਾ ਹੈ। ਜਨਮ ਲੈਂਦੇ ਸਾਰ ਤਾਂ ਉਹਨੇ ਪਰਿਵਾਰ ਦਾ ਹਿੱਸਾ ਬਣ ਹੀ ਗਿਆ। ਜਿਵੇਂ ਉਹ ਅੱਗੇ ਵੱਡਾ ਹੋ ਰਿਹਾ, ਉਹਨੂੰ ਆਪਣੇ ਆਂਢ ਗੁਆਂਢ ਦਾ ਬੱਚੇ ਨੂੰ ਪਤਾ ਲੱਗਦਾ ਹੈ, ਆਪਣੇ ਸਾਥੀਆਂ ਦਾ ਪਤਾ ਲੱਗਦਾ ਹੈ, ਜਿਸ ਨਾਲ ਜੋ ਇਸ ਨੂੰ ਖੇਡ ਸਮੂਹ ਦਾ ਨਾਮ ਵੀ ਦਿੱਤਾ ਗਿਆ ਹੈ। ਸੋ ਇਸ ਢੰਗ ਦੇ ਨਾਲ ਕੀ ਹੈ, ਇੱਕ ਵਿਅਕਤੀ ਵੱਖ-ਵੱਖ ਸਮੂਹਾਂ ਦਾ ਹਿੱਸਾ ਬਣ ਕੇ ਕੀ ਹੈ, ਅਲੱਗ-ਅਲੱਗ ਅੰਤਰ ਕਿਰਿਆਵਾਂ ਕਰੇਗਾ। ਤੇ ਉਹ ਅੰਤਰ ਕਿਰਿਆਵਾਂ ਕਰਨਾ ਕੀ ਹੈ, ਉਹ ਇੱਕ ਤਰ੍ਹਾਂ ਦੀ ਪ੍ਰਕਿਰਿਆ ਹੋ ਜਾਏਗੀ ਜਿਸ ਦੇ ਵਿੱਚ ਸਹਿਯੋਗ ਦੀ ਭਾਵਨਾ ਪਾਈ ਜਾਏਗੀ ਤੇ ਉਸ ਦੇ ਨਾਲ ਨਾਲ ਸੰਘਰਸ਼ ਦੀ ਭਾਵਨਾ ਵੀ ਪਾਈ ਜਾਏਗੀ। ਕਿਉਂਕਿ ਇਹ ਸਿਰਫ ਆਪਾਂ ਇਹੀ ਨਹੀਂ ਕਹਿ ਸਕਦੇ ਕਿ ਹਾਂ ਸਮਾਜ ਦੇ ਵਿੱਚ ਏਕਤਾ ਹੈ, ਸਹਿਯੋਗ ਦੀ ਭਾਵਨਾ ਹੈ, ਲੋਕੀ ਇੱਕ ਦੂਸਰੇ ਉੱਪਰ ਨਿਰਭਰ ਕਰਦੇ ਹਨ। ਜਿੱਥੇ ਇਹ ਸਾਰੀਆਂ ਚੀਜ਼ਾਂ ਇੱਕ ਸਕਾਰਾਤਮਕ ਢੰਗ ਦੇ ਨਾਲ ਚੀਜ਼ਾਂ ਇਹ ਪਾਈਆਂ ਜਾਂਦੀਆਂ, ਉੱਥੇ ਕਿਤੇ ਨਾ ਕਿਤੇ ਨਕਾਰਾਤਮਕ ਢੰਗ ਦਾ ਜੋ ਵਿਵਹਾਰ ਹੈ ਉਹ ਵੀ ਲੋਕਾਂ ਦੁਆਰਾ ਕੀਤਾ ਜਾਂਦਾ ਹੈ, ਸਮਾਜ ਦੇ ਲੋਕਾਂ ਦੇ ਵਿੱਚ ਰਹਿ ਕੇ ਹੀ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਕੀ ਹੈ, ਇੱਕ ਕੰਪੀਟੀਸ਼ਨ ਦੀ ਫੀਲਿੰਗ, ਇੱਕ ਸੰਘਰਸ਼ ਦੀ ਭਾਵਨਾ ਤੇ ਇੱਕ ਵਿਰੋਧ ਦੀ ਭਾਵਨਾ ਵੀ ਉਹ ਸਮਾਜ ਦਾ ਹੀ ਹਿੱਸਾ ਹੈ, ਜੋ ਇੱਕ ਸਮੁਦਾਇ ਦੇ ਵਿੱਚ ਰਹਿ ਕੇ ਦੇਖਣ ਨੂੰ ਮਿਲਦੀ ਹੈ। ਕਿਉਂਕਿ ਸਮੁਦਾਇ ਦੇ ਵਿੱਚ ਜੋ ਜੀਵਨ ਹੈ ਵਿਅਕਤੀਆਂ ਦਾ ਉਹ ਸਾਂਝਾ ਹੁੰਦਾ, ਉਹਨਾਂ ਦੇ ਕੁਝ ਕਾਮਨ ਲਾਈਫ ਹੋਏਗੀ, ਕਾਮਨ ਐਂਡਸ ਹੋਣਗੇ, ਜਾਂ ਜੋ ਭਾਸ਼ਾ ਹੈ ਉਹ ਵੀ ਕਿਤੇ ਨਾ ਕਿਤੇ ਸਾਂਝੀ ਹੋ ਸਕਦੀ ਹੈ। ਲੋਕਾਂ ਦੀ ਸੰਸਕ੍ਰਿਤੀ ਸਮਾਨ ਹੋਏਗੀ, ਪਰੰਪਰਾਵਾਂ ਕਿਤੇ ਨਾ ਕਿਤੇ ਇੱਕ ਸਮਾਨ ਹੋਣਗੀਆਂ, ਅਤੇ ਜੋ ਰੀਤੀ ਰਿਵਾਜ ਹੈ ਉਹ ਵੀ ਸਾਂਝੇ ਪਾਏ ਜਾਂਦੇ ਹਨ। ਔਰ ਇਹ ਸਾਰਾ ਕੀ ਹੈ, ਇੱਕ ਸਮੁਦਾਇ ਦੇ ਅਧੀਨ ਹੀ ਆ ਜਾਂਦਾ ਹੈ।
सो क्योंकि समुदाय ज़रूरी नहीं है कि जिथे 10 या 15 लोगों की व्यक्तियों की गल करते हैं तो वो भी एक समुदाय बना सकते हैं, पर उन्होंने विच की होना ज़रूरी है कि कुछ विशेषतावां का, कुछ समानतावां का होना बहुत ज़रूरी है, जो एक समाज के निर्माण के लिए बहुत ज़रूरी है, तो जिस दे नाल एक समुदाय बनता है। क्योंकि कोई भी समुदाय की है कदे भी ओदी जो नंबर है, ओदी जो आकार का जो एक गिनती है वो सीमित नहीं की जाती, वो वध भी हो सकती है, वो घट भी हो सकती है, लेकिन उस दे विच जो शेयरिंग दी फीलिंग है, जो रेसिप्रोसिटी है, या इनू आपां आम या सरल शब्दां दे विच कहांगे आदान प्रदान है, या असी दी भावना होनी, ये सारियां चीज़ां दा होना बहुत ज़रूरी है। क्योंकि भावनात्मक आधार की है हर एक समूह का एक मुख्य आधार है, भावें वो समुदाय है या कह सकते हो कि कोई संस्था है। इस करके जो समुदाय है वो की है परमानेंट बेसिस के उत्ते हुंदा है, क्योंकि ये अस्थाई नहीं हुंदा। सभा नूं जे आपां गल करिए तो कोई जे सभा है, उदाहरण के तौर पर जे कोई लैक्चर चल रहा है, हुण जिवें ये मैं लैक्चर दे रही हूँ, सो ये की है, ये एक अस्थाई रूप दे विच है, एक टैंपररी है, एक घंटे वास्ते लैक्चर चलिया, ये टैंपररी है, उस घंटे तो बाद की है सारे वक्खो वक्खरे अपने अपने काम च लग जाएंगे, तो ये जो सभा है, ये जो लैक्चर है, जो संस्था है, ये इत्थे ही खत्म हो जाएगी, कल नूं फिर दोबारा ये कंटिन्यू हो सकती है। सो इसका मतलब कि जो ये सभा है, मतलब जो एक समुदाय है उसको आपां सभा नहीं कहांगे ते ना ही भीड़ कहांगे। उदाहरण के तौर पे कि जे कोई व्यक्ति सड़क ते जा रहा है तो उत्थे कोई लोकां दा इकट्ठ होया पिया, वो भी उस भीड़ का हिस्सा बन गया, किते एक्सीडेंट होया पिया, वो व्यक्ति दृश्य देखण वास्ते कि की होया, किस नूं नुकसान पहुंचा, उस भीड़ का हिस्सा बन गया। सो वो भीड़ की है अस्थाई हो जाएगी, मतलब उस भीड़ ਨੂੰ अस्थाई रूप दे दिता जाएगा कि वो सिर्फ एक टैंपररी बेसिस ਦੇ ਉੱਤੇ ਲੋਕਾਂ ਦਾ ਇਕੱਠ ਹੈ, लेकिन कुछ समय बाद वो सारे ਵੱਖੋ ਵੱਖਰੇ हो जाएंगे। इस करके किसी सभा ਨੂੰ या किसी भीड़ ਨੂੰ अस्थाई मन्निया जाएगा, लेकिन जो समुदाय है वो स्थाई हुंदा है। स्थाई का मतलब वो परमानेंट हुंदा है, वो स्टेबल हुंदा है, क्योंकि व्यक्ति एक स्थान उत्ते निवास कर सकते हैं, उन्हां दे विच जो स्टेबिलिटी पाई जाएगी, उन्हां दे विच कुछ ना कुछ समानता पाई जाएगी, तो ये एक तरह का कुदरती जो वर्तारा है वो देखने को मिलेगा, तो बनावटीपन नहीं होएगा। क्योंकि लोगों के विच व्यक्तिगत भावना तो छुट के, मतलब व्यक्तिगत भावना नहीं होएगी, तो समूहिक भावना ज़्यादा देखने को मिलेगी समुदाय दे विच। हुण देखो ये दोनों टॉपिक इकट्ठे क्यों लिते गए हैं, क्योंकि समाज की है लोगों का वो इकट्ठ है जो ਵੱਖ-ਵੱਖ समूहां का हिस्सा बनते हैं, तो ਉਹਦੇ ਵਿੱਚੋਂ ही एक समूह संस्था है, ਉਹਦੇ ਵਿੱਚੋਂ एक समूह की है समुदाय भी हो सकता है, तो एक संगठन भी हो सकता है। तो संगठन ਨੂੰ ਹੁਣ ਇੱਥੇ मैं थोड़ा ਜਿਹਾ संगठन बारे भी दोबारा रिपीट करना चाਹੁੰਦੀ है। जो संगठन है, संगठन एक ऑर्गेनाइज्ड वे ਦੇ ਵਿੱਚ ਬਣਦਾ है, एक फॉर्मल वे दे विच भी बन रहा है, तो इनफॉर्मल वे दे विच भी है। सो इसका मतलब कि जो संगठन है वो एक तो वध लोग उस दे विच शामिल होंगे, कुछ चीज़ों नूं उद्देश्यां नूं पूरा करनगे। उदाहरण के तौर पे जे कोई एनजीओ है, कोई गैर सरकारी संस्था है जो लोगों की भलाई वास्ते कोई सभा बनी हुई है, जिवें पिंडां दे विच देखोगे तुसीं कोई क्लब बनया होया, रोटरी क्लब हो गया, या फिर कोई ऐदां दा क्लब बनया, कोई जिम बनया होया है, या कोई एनजीओज बनिया हुई हैं जो लोगों की भलाई वास्ते, उन्हां दी सेवा वास्ते काम कर रहे हैं। सो वो संगठन जिथे लोगों ने उस संगठन की मैंबरशिप ले ली गई है, उस संगठन का कोई एक प्रेजिडेंट है, कोई वाइस प्रेजिडेंट हो सकता है, कोई सैक्रटरी है, कोई चेयरपर्सन है, कोई एग्जीक्यूटिव मैंबर है। सो ये जो संगठन है ये भी एक सभा के वांग ही हुंदा है, जिस दे विच कुछ निश्चित नियम होणगे, कानून होणगे, ते जिन्हां नूं पूरा करन दी जरूरत होएगी। क्योंकि जिथे जो कोई भी संगठन जे कोई उद्देश्य पूरा नहीं करता, या कोई कदरां कीमतां दे अधीन रह के कोई भी गतिविधियां नहीं करता, तब उसनूं आपां संगठन नहीं कहांगे। इस करके जो उद्देश्य है वो आम उद्देश्य होणगे, सहयोग वाले संबंध लोकां दे विचकार पाए जाणगे, काम दी वंड कीती जाएगी।
ਹੁਣ ਦੇਖੋ ਸਮਾਜ ਦੀ ਗੱਲ ਕਰੀਏ ਜਾਂ ਜੇ ਭਾਰਤ ਦੀ ਹੀ ਗੱਲ ਕਰੀਏ ਤਾਂ ਇੱਥੇ ਕੀ ਹੈ, ਕੀਰਤ ਵੰਡ ਕੀਤੀ ਗਈ ਹੈ, ਡਿਵੀਜ਼ਨ ਆਫ ਲੇਬਰ ਜਿਸ ਨੂੰ ਕਿਹਾ ਜਾਂਦਾ ਹੈ। ਮਤਲਬ ਉਮਰ ਅਤੇ ਲਿੰਗ ਦੇ ਅਨੁਸਾਰ ਕੰਮ ਨੂੰ ਵੰਡਿਆ ਗਿਆ ਹੈ ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ। ਜਿਵੇਂ ਪਰਿਵਾਰ ਦੇ ਵਿੱਚ ਪਿਤਾ ਦਾ ਕੰਮ ਕੀ ਹੈ, ਘਰ ਤੋਂ ਬਾਹਰ ਜਾ ਕੇ ਕੰਮ ਕਰਨਾ, ਪੈਸਾ ਕਮਾਉਣਾ, ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ, ਆਰਥਿਕ ਸੁਰੱਖਿਆ ਪ੍ਰਦਾਨ ਕਰਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ। ਉਵੇਂ ਹੀ ਮਾਂ ਦਾ ਕੰਮ ਕੀ ਹੋ ਜਾਂਦਾ, ਜਾਂ ਇੱਕ ਔਰਤ ਦਾ ਕੰਮ ਕੀ ਹੋ ਜਾਂਦਾ, ਬੱਚੇ ਪੈਦਾ ਕਰਨਾ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਅਤੇ ਪਰਿਵਾਰਕ ਮੈਂਬਰਾਂ ਦੀਆਂ ਸਾਰੀਆਂ ਹੀ ਜ਼ਰੂਰਤਾਂ ਨੂੰ, ਲੋੜਾਂ ਨੂੰ ਪੂਰਾ ਕਰਨਾ, ਉਹਨਾਂ ਦਾ ਧਿਆਨ ਰੱਖਣਾ। ਘਰ ਦੇ ਕੰਮ ਦੇ ਵਿੱਚ ਕਹਿ ਲਓ ਕਿ ਸਾਰਿਆਂ ਨੂੰ ਚੀਜ਼ਾਂ ਮੁਹੱਈਆ ਕਰਵਾਉਣਾ। ਸੋ ਇਸ ਦਾ ਮਤਲਬ ਕਿ ਜਿਵੇਂ ਪੁਰਸ਼ ਤੇ ਇਸਤਰੀ ਜਾਂ ਉਮਰ ਜਾਂ ਲਿੰਗ ਦੇ ਅਨੁਸਾਰ ਕੰਮ ਨੂੰ ਵੰਡਿਆ ਗਿਆ ਹੈ, ਸੋ ਉਦਾਂ ਹੀ ਇੱਕ ਸੰਗਠਨ ਦੇ ਵਿੱਚ ਵੀ ਕੰਮ ਨੂੰ ਵੰਡਿਆ ਗਿਆ ਹੈ। ਸੋ ਕੰਮ ਦੀ ਵੰਡ ਕਿਵੇਂ ਕੀਤੀ ਗਈ ਹੈ ਕਿ ਵੱਖੋ ਵੱਖਰੇ ਲੋਕ ਆਪਣੀ ਆਪਣੀ ਜਗ੍ਹਾ ਤੇ ਰਹਿ ਕੇ, ਆਪਣੀ ਸਥਿਤੀ ਦੇ ਉੱਤੇ ਰਹਿ ਕੇ ਆਪਣੀ ਭੂਮਿਕਾ ਨੂੰ ਸਹੀ ਢੰਗ ਦੇ ਨਾਲ ਨਿਭਾਉਣਗੇ, ਜੋ ਇੱਕ ਮਹੱਤਵਪੂਰਨ ਅੰਗ ਹੈ, ਜੋ ਇੱਕ ਮਹੱਤਵਪੂਰਨ ਹਿੱਸਾ ਹੈ। ਕਿਸ ਦਾ ਹਿੱਸਾ? ਸੰਗਠਨ ਦਾ ਹਿੱਸਾ। ਕਿਉਂਕਿ ਸੰਗਠਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਇੱਕ ਇਸ ਤਰ੍ਹਾਂ ਦਾ ਸਮੂਹ ਹੈ ਜੋ ਲੋਕਾਂ ਦੁਆਰਾ ਹੀ ਬਣਾਇਆ ਗਿਆ ਹੈ। ਤੇ ਜੇ ਆਪਾਂ ਸੋਚੀਏ ਜੇ ਸਮਾਜ ਦੇ ਵਿੱਚ ਕੋਈ ਸੰਗਠਨ ਹੀ ਨਾ ਹੁੰਦਾ ਤਾਂ ਲੋਕਾਂ ਨੂੰ ਇੱਕ ਤਰੀਕਾ ਨਹੀਂ ਸੀ ਮਿਲਣਾ ਕਿ ਉਹ ਕਿਸ ਢੰਗ ਦੇ ਨਾਲ ਸਮਾਜ ਦੇ ਵਿੱਚ ਵਿਵਹਾਰ ਕਰ ਸਕਣ ਜਾਂ ਉਹ ਆਪਣਾ ਕੰਮ ਕਰ ਸਕਣ। ਕਿਉਂਕਿ ਜੋ ਇੱਕ ਸੰਗਠਨ ਹੈ, ਸਮਾਜਿਕ ਸੰਗਠਨ ਹੈ, ਉਹ ਵਿਅਕਤੀਆਂ ਦੇ ਉੱਤੇ ਨਿਯੰਤਰਣ ਵੀ ਰੱਖਦਾ ਹੈ। ਕੁਝ ਸੰਗਠਨ ਰਸਮੀ ਢੰਗ ਦੇ ਨਾਲ ਨਿਯੰਤਰਣ ਰੱਖਦੇ ਹੈ, ਕੁਝ ਗੈਰ ਰਸਮੀ ਢੰਗ ਦੇ ਨਾਲ ਰੱਖਦੇ ਹੈ। ਹੁਣ ਜਿਵੇਂ ਪੁਲਿਸ ਦੀ ਗੱਲ ਹੈ ਜਾਂ ਕੋਈ ਕਨਸਟੀਟਿਊਸ਼ਨ ਹੈ ਜਾਂ ਕੋਰਟ ਹੈ, ਜੱਜ ਹੈ, ਸੋ ਇਹ ਕੀ ਹੈ, ਇਹ ਸਾਰੇ ਇਦਾਂ ਦੀਆਂ ਬਾਡੀਜ਼ ਹੈ, ਇਦਾਂ ਦੇ ਅੰਗ ਹਨ ਜੋ ਇੱਕ ਰਸਮੀ ਤੌਰ ਦੇ ਉੱਤੇ ਵਿਅਕਤੀਆਂ ਦੇ ਵਿਵਹਾਰ ਨੂੰ, ਸਮਾਜ ਦੇ ਵਿੱਚ ਜੋ ਅੰਤਰ ਕਿਰਿਆਵਾਂ ਕਰ ਰਿਹਾ ਇੱਕ ਵਿਅਕਤੀ, ਜੋ ਵੱਖ-ਵੱਖ ਸਮੂਹਾਂ ਦਾ ਹਿੱਸਾ ਬਣ ਕੇ ਉਹ ਆਪਣਾ ਕੰਮ, ਆਪਣਾ ਕਰਤੱਵ ਕਰ ਰਿਹਾ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਹੈ, ਉਹ ਜਿੱਥੇ ਸਹੀ ਢੰਗ ਨਾਲ ਨਿਭਾਉਣਾ ਸ਼ੁਰੂ ਕਰੇਗਾ, ਇਸ ਦਾ ਮਤਲਬ ਕਿ ਉਹ ਨਿਯਮਾਂ ਦੇ ਅਧੀਨ ਰਹਿ ਕੇ ਕਰ ਰਿਹਾ ਹੈ। ਤੇ ਇੱਕ ਵਿਅਕਤੀ ਨੂੰ ਸਮਾਜਿਕ ਸੁਰੱਖਿਆ ਵੀ ਪ੍ਰਦਾਨ ਕਰਦੇ ਹਨ ਇਹ ਸਾਰੀਆਂ ਸੰਸਥਾਵਾਂ, ਸਾਰੇ ਸੰਗਠਨ, ਤੇ ਉਸ ਵਿਅਕਤੀ ਨੂੰ ਦੱਸਦੇ ਹਨ ਕਿ ਕੀ ਨਿਯਮ ਹਨ ਤੇ ਉਹਨਾਂ ਨਿਯਮਾਂ ਦੇ ਅਨੁਸਾਰ ਉਸਨੇ ਸਮਾਜ ਦੇ ਵਿੱਚ, ਵਿਅਕਤੀਆਂ ਦੇ ਵਿਚਕਾਰ, ਸਮਾਜ ਦੇ ਦੂਜੇ ਲੋਕਾਂ ਨਾਲ ਕਿਸ ਢੰਗ ਦੇ ਨਾਲ ਵਿਚਰਨਾ ਹੈ। ਕਿਉਂਕਿ ਲੋਕਾਂ ਨੂੰ ਸੰਗਠਨ ਦੇ ਵਿੱਚ ਰਹਿ ਕੇ ਆਪਣੀ ਜੋ ਸਥਿਤੀ ਹੈ, ਆਪਣਾ ਜੋ ਸਟੇਟਸ ਹੈ ਜਾਂ ਪੋਜੀਸ਼ਨ ਹੈ, ਉਹ ਆਪ ਮਿਲ ਜਾਂਦੀ ਹੈ। ਜਦ ਤੱਕ ਇੱਕ ਵਿਅਕਤੀ ਇੱਕ ਸੰਗਠਨ ਦਾ ਹਿੱਸਾ ਨਹੀਂ ਬਣਦਾ, ਤਦ ਤੱਕ ਕੀ ਹੈ, ਉਹ ਸਮਾਜ ਦੇ ਵਿੱਚ ਸਹੀ ਦਿਸ਼ਾ ਦੇ ਵਿੱਚ, ਸਹੀ ਆਕਾਰ ਜਾਂ ਸਹੀ ਰੂਪ ਦੇ ਵਿੱਚ ਉਹ ਕੰਮ ਨਹੀਂ ਕਰ ਸਕਦਾ। ਇਸ ਕਰਕੇ ਸਮਾਜਿਕ ਸੰਗਠਨ ਸਮਾਜਿਕ ਸੰਬੰਧਾਂ ਦਾ ਉਹ ਨਮੂਨਾ ਹੈ। ਹੁਣ ਦੇਖੋ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਜੋ ਸਮਾਜ ਦੇ ਵਿੱਚ ਲੋਕਾਂ ਦੇ ਸੰਬੰਧ ਕਿਸ ਢੰਗ ਦੇ ਨਾਲ ਹੋਣਗੇ। ਵਿਅਕਤੀ ਕੀ ਹੈ, ਸਮਾਜਿਕ ਪ੍ਰਾਣੀ ਹੈ, ਜਿਸ ਦੇ ਵਿੱਚ ਉਹ ਸਮਾਜ ਦੇ ਵਿੱਚ ਕਿਸ ਢੰਗ ਦੇ ਨਾਲ ਵਿਚਰਨਾ ਹੈ। ਕਿਉਂਕਿ ਜੇ ਇੱਕ ਵਿਅਕਤੀ ਦੂਸਰੇ ਦੇ ਨਾਲ ਸੰਬੰਧ ਬਣਾ ਕੇ ਹੀ ਨਹੀਂ ਰੱਖੇਗਾ, ਭਾਵੇਂ ਸਮਾਜਿਕ ਤੌਰ ਤੇ ਹੋਣ ਸੰਬੰਧ, ਆਰਥਿਕ ਤੌਰ ਤੇ ਹੋਣ ਜਾਂ ਮਾਨਸਿਕ ਤੌਰ ਉੱਤੇ ਸੰਬੰਧ ਹੋਣ, ਸੋ ਜਦ ਤੱਕ ਇੱਕ ਵਿਅਕਤੀ ਦੂਸਰੇ ਨਾਲ ਸੰਬੰਧ ਬਣਾ ਕੇ ਹੀ ਨਹੀਂ ਰੱਖੇਗਾ, ਦੂਜੇ ਦੇ ਨਾਲ ਇੱਕ ਸਮੂਹ ਦੇ ਵਿੱਚ ਰਹਿ ਕੇ ਹੀ ਕੰਮ ਨਹੀਂ ਕਰੇਗਾ, ਤਦ ਤੱਕ ਕੀ ਹੈ, ਉਹ ਸਹੀ ਮਾਇਨੇ ਦੇ ਵਿੱਚ ਇੱਕ ਸਮਾਜ ਦਾ ਨਿਰਮਾਣ ਵੀ ਨਹੀਂ ਕਰ ਸਕਦਾ। ਇਸ ਕਰਕੇ ਸਮਾਜ ਦਾ ਨਿਰਮਾਣ ਕਰਨ ਦੇ ਲਈ ਜ਼ਰੂਰੀ ਹੈ ਕਿ ਜਿੰਨੇ ਵੀ ਵਿਅਕਤੀ ਇੱਕ ਸਮੂਹ ਦਾ ਹਿੱਸਾ ਹੈ, ਉਹ ਵੱਖ-ਵੱਖ ਸਮੁਦਾਇ ਦਾ ਮੈਂਬਰ ਬਣਨ, ਵੱਖ-ਵੱਖ ਸੰਗਠਨਾਂ ਦਾ ਹਿੱਸਾ ਬਣਨ ਤੇ ਅਲੱਗ-ਅਲੱਗ ਸੰਸਥਾਵਾਂ ਦੇ ਵਿੱਚ ਵੀ ਆਉਣ। ਕਿਉਂਕਿ ਜੋ ਸੰਸਥਾਵਾਂ ਹੈ, ਸੰਗਠਨ ਹੈ ਜਾਂ ਜੋ ਸਮੂਹ ਦੀ ਹੀ ਜੇ ਗੱਲ ਕਰ ਲਈਏ, ਸੋ ਇਹ ਸਾਰੇ ਹੀ ਇਕਾਈਆਂ ਹੈ ਸਮਾਜ ਦੀਆਂ, ਜਿਸ ਤੋਂ ਬਿਨਾਂ ਸਮਾਜ ਅਧੂਰਾ ਹੈ। ਤੇ ਜੇ ਸਮਾਜ ਦੇ ਵਿੱਚ ਵੱਖ-ਵੱਖ ਲੋਕ ਅਲੱਗ-ਅਲੱਗ ਸੰਗਠਨਾਂ ਦਾ ਹਿੱਸਾ ਬਣਨਗੇ, ਉਦਾਹਰਨ ਦੇ ਤੌਰ ਤੇ ਜੇ ਵਿਆਹ ਦੀ ਸੰਸਥਾ ਦੇ ਵਿੱਚ ਆਉਣਗੇ, ਜੇ ਨਾਤੇਦਾਰੀ ਦੇ ਵਿੱਚ ਆਉਣਗੇ, ਜੇ ਖੇਡ ਸਮੂਹ ਦੇ ਵਿੱਚ ਆਉਣਗੇ, ਤਾਂ ਕੀ ਹੈ, ਲੋਕ ਆਪਣਾ ਕੰਮ ਸਹੀ ਢੰਗ ਦੇ ਨਾਲ ਕਰ ਸਕਣਗੇ। ਵਿਅਕਤੀ ਨੂੰ ਪਤਾ ਲੱਗੇਗਾ ਕਿ ਜੋ ਵਿਵਹਾਰ ਕਰ ਰਿਹਾ ਹੈ ਉਹ ਸਮਾਜ ਦੇ ਵਿੱਚ ਰਹਿ ਕੇ, ਉਹ ਸਹੀ ਹੈ ਜਾਂ ਗਲਤ। ਕਿਉਂਕਿ ਇੱਕ ਵਿਵਹਾਰ ਕਰਨ ਦਾ ਢੰਗ ਵੀ ਸੰਗਠਨ ਦੇ ਵਿੱਚ ਹੀ ਸਿਖਾਇਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਕਿ ਜੇ ਇੱਕ ਅਧਿਆਪਕ ਹੈ ਸਕੂਲ ਦਾ ਜਾਂ ਫਿਰ ਕਾਲਜ ਦਾ, ਸੋ ਉਹ ਅਧਿਆਪਕ ਜਦ ਤੱਕ ਇੱਕ ਸੰਗਠਨ ਦਾ ਹਿੱਸਾ ਨਹੀਂ ਬਣਦਾ, ਤਦ ਤੱਕ ਉਸਨੂੰ ਨਹੀਂ ਪਤਾ ਚੱਲੇਗਾ ਕਿ ਉਸਨੇ
ਵਿਵਹਾਰ ਕਿਸ ਢੰਗ ਦਾ ਕਰਨਾ ਹੈ। ਉਹ ਵਿਅਕਤੀ ਆਪਣੇ ਵਿਵਹਾਰ ਦੇ ਉੱਤੇ ਵੀ ਸੰਤੁਲਨ ਰੱਖੇਗਾ, ਆਪਣੇ ਵਿਵਹਾਰ ਨੂੰ ਨਿਯੰਤਰਿਤ ਕਰੇਗਾ ਤੇ ਉਸ ਸੰਗਠਨ ਦੇ ਵਿੱਚ ਜਿੰਨੇ ਵੀ ਵਿਅਕਤੀ ਹੋਣਗੇ, ਜਿੰਨੇ ਵੀ ਲੋਕ ਹੋਣਗੇ, ਉਹਨਾਂ ਸਾਰਿਆਂ ਨੂੰ ਕੀ ਹੈ, ਨਿਯੰਤਰਿਤ ਰੱਖਣ ਦੀ ਕੋਸ਼ਿਸ਼ ਕਰੇਗਾ। ਇਸ ਲਈ ਲੋਕਾਂ ਦਾ ਸਮੂਹ ਜਾਂ ਇੱਕ ਨਿਸ਼ਚਿਤ ਇਲਾਕਾ ਹੋਣਾ, ਉਹਨਾਂ ਦੇ ਵਿੱਚ ਭਾਈਚਾਰਕ ਭਾਵਨਾ ਹੋਣਾ, ਇਹ ਸਾਰੀਆਂ ਚੀਜ਼ਾਂ ਇੱਕ ਸਮੁਦਾਇ ਨੂੰ ਪਰਿਭਾਸ਼ਿਤ ਕਰਦੇ ਹਨ। ਸੋ ਅਖੀਰ ਦੇ ਵਿੱਚ ਕਨਕਲੂਡ ਮੈਂ ਇਸ ਟੌਪਿਕ ਨੂੰ ਕਰਨਾ ਚਾਹੁੰਦੀ ਹਾਂ, ਵਾਈਂਡ ਅਪ ਕਰਨਾ ਚਾਹੁੰਦੀ ਹਾਂ, ਜਿਸ ਦੇ ਵਿੱਚ ਹੁਣ ਜਿੰਨਾ ਵੀ ਆਪਾਂ ਇਸ ਲੈਕਚਰ ਦੇ ਵਿੱਚ ਪੜ੍ਹਿਆ, ਸੋ ਉਸਦਾ ਨਿਚੋੜ ਇਹ ਨਿਕਲਦਾ ਹੈ ਕਿ ਇੱਕ ਵਿਅਕਤੀ ਜਦੋਂ ਜਨਮ ਲੈਣ ਦੇ ਨਾਲ ਜਦੋਂ ਉਹ ਇੱਕ ਸਮਾਜ ਦਾ ਹਿੱਸਾ ਬਣਦਾ ਹੈ ਤੇ ਉਹ ਇੱਕ ਸੀਮਿਤ ਖੇਤਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ, ਇੱਕ ਦੂਸਰੇ ਉੱਤੇ ਨਿਰਭਰ ਹੋਣਾ ਸ਼ੁਰੂ ਕਰਦਾ ਹੈ ਤੇ ਇੱਕ ਸਮਾਜਿਕ ਵਿਵਸਥਾ ਸਥਾਪਿਤ ਕਰਦਾ ਹੈ, ਤਦ ਉਸਨੂੰ ਇੱਕ ਸਮੁਦਾਇ ਦਾ ਨਾਮ ਦੇ ਦਿੱਤਾ ਜਾਂਦਾ ਹੈ। ਕਿਉਂਕਿ ਸਮੁਦਾਇ ਦੇ ਵਿੱਚ ਇਕੱਠਾ ਰਹਿਣਾ, ਇੱਕ ਜਗ੍ਹਾ ਦੇ ਉੱਤੇ ਰਹਿਣਾ, ਇਕੱਠੇ ਮਿਲ ਕੇ ਰਹਿਣਾ ਇੱਕ ਮੁੱਖ ਵਿਸ਼ੇਸ਼ਤਾ ਹੈ ਇਸ। ਕਿਉਂਕਿ ਜਦ ਲੋਕ ਇੱਕ ਜਗ੍ਹਾ ਦੇ ਇਕੱਠੇ ਮਿਲ ਕੇ ਰਹਿਣਗੇ, ਅੰਤਰ ਕਿਰਿਆਵਾਂ ਕਰਨਗੇ, ਉਹਨਾਂ ਦੇ ਵਿੱਚ ਸਾਂਝੇਪਨ ਦੀ ਭਾਵਨਾ ਹੋਏਗੀ, ਅਸੀਂ ਦੀ ਭਾਵਨਾ ਹੋਏਗੀ, ਇਕਜੁੱਟਤਾ, ਏਕਤਾ ਜਾਂ ਆਪਸੀ ਭਾਈਚਾਰਾ ਦੇਖਣ ਨੂੰ ਮਿਲੇਗਾ, ਤਦ ਉਹ ਇੱਕ ਸਮੂਹ ਬਣਾਉਣਗੇ ਜਿਸ ਨੂੰ ਇੱਕ ਸਮੁਦਾਇ ਦਾ ਨਾਮ ਵੀ ਦੇ ਦਿੱਤਾ ਜਾਏਗਾ ਤੇ ਜਿਸ ਨੂੰ ਇੱਕ ਸੰਗਠਨ ਦੇ ਰੂਪ ਦੇ ਵਿੱਚ ਅੱਗੇ ਲੈ ਕੇ ਜਾਇਆ ਜਾਏਗਾ। ਕਿਉਂਕਿ ਜਦ ਵਿਅਕਤੀ ਆਪਣਾ ਕੰਮ ਸਹੀ ਦਿਸ਼ਾ ਦੇ ਵਿੱਚ ਕਰੇਗਾ, ਦੂਸਰੇ ਲੋਕਾਂ ਦੀ ਮਦਦ ਦੇ ਨਾਲ ਉਹ ਸਾਰੀਆਂ ਹੀ ਆਪਣੀਆਂ ਲੋੜਾਂ ਨੂੰ ਪੂਰਾ ਕਰੇਗਾ, ਤਦ ਉਸਨੂੰ ਕੀ ਹੈ, ਇੱਕ ਸੰਗਠਨ ਦਾ ਨਾਮ ਦੇ ਦਿੱਤਾ ਜਾਏਗਾ। ਇਸ ਲਈ ਇੱਕ ਸਮੁਦਾਇ, ਇੱਕ ਸਮੂਹ, ਇੱਕ ਸੰਸਥਾ ਜਾਂ ਇੱਕ ਸੰਗਠਨ, ਇਹ ਚਾਰੋਂ ਚੀਜ਼ਾਂ ਹੀ ਇੱਕ ਨਿਚੋੜ ਇਹ ਲੈ ਕੇ ਆਉਂਦੀਆਂ ਹਨ ਕਿ ਇਹ ਸਮੂਹ ਇੱਕ ਸਮਾਜ ਦਾ ਹਿੱਸਾ ਹੈ। ਇੱਕ ਵਿਅਕਤੀ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਪ੍ਰਵੇਸ਼ ਕਰੇ ਬਿਨਾਂ ਸਮਾਜ ਦੇ ਵਿੱਚ ਚੰਗੇ ਢੰਗ ਦੇ ਨਾਲ ਨਹੀਂ ਰਹਿ ਸਕਦਾ। ਇਸ ਲਈ ਸਹੀ ਦਿਸ਼ਾ ਜਾਂ ਸਹੀ ਆਕਾਰ ਦੇ ਵਿੱਚ ਰਹਿਣ ਲਈ ਬਹੁਤ ਜ਼ਰੂਰੀ ਹੈ ਕਿ ਇੱਕ ਵਿਅਕਤੀ ਵੱਖ-ਵੱਖ ਸਮੂਹਾਂ ਦਾ ਹਿੱਸਾ ਬਣੇ, ਉਹ ਵੱਖ-ਵੱਖ ਸੰਸਥਾਵਾਂ ਦਾ, ਵੱਖ-ਵੱਖ ਜੋ ਸਮੁਦਾਇ ਹੈ ਉਸ ਦਾ ਹਿੱਸਾ ਬਣੇ। ਸੋ ਅੱਜ ਦਾ ਵਿਸ਼ਾ ਇੱਥੇ ਹੀ ਕੰਪਲੀਟ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ।